उन्होंने एक ही डायलॉग होंगे मोस्टली कि जा तू मैनू यही बहुत माण है कि तू किसी होर इलाके में जाके गोलियां चला के आनी है। साडा जे स्कूल होर ज़्यादा वधिया हो जाए तो हो सकता इत्थे भविख दे ओलंपीयन पैदा होण। मैं फस्ट ईयर च स्टेटली सिलेक्ट हो गई तो स्टेट तो फस्ट ईयर च मैं नैशनली सिलेक्ट हो गई तो उत्थे मैडल बनता बनता किसी की गलती करके साडा रह गया सीगा। बच्चे दस रहे भी हाँ मैं मेहनत करा रहा इन्होंने, फिर एजुकेशन डिपार्टमेंट क्यों नहीं इस गल नूं मनण नूं तैयार भी मैं मेहनत करा रहा? नहीं, वो कहते नहीं स्पोर्ट्स वाला टीचर ही होना चाहिए, वो पंजाबी मास्टर नहीं हो सकता। हाँ जी, सत श्री अकाल दोस्तों, मैं गुरप्रीत सिंह बल। तुसीं देख रहे होंगे भी मैं अज आ राइफल चक्की क्यों खड़ा हाँ। दरअसल मैं एक अज शूटिंग रेंज दे विच आया तो इत्थे आने का खास कारण है कि इत्थों के जिहड़े स्टूडेंट्स ने ना, जे मैं तुहानूं दी गल्लां दस्सां तो मैनूं लगदा जिहड़ी मेरी इंट्रो है बहुत छोटी रह जानी है। वो जिहड़े स्टूडेंट्स ने इंडिया वास्ते बहुत वड्डे वड्डे मैडल ऑलरेडी हासिल कर चुके हैं। तो ये स्कूल जिहड़ा कोई प्राइवेट स्कूल नहीं हैगा या कोई बहुत किसी रईस जादे का स्कूल नहीं हैगा, ये सीनियर सैकेंडरी स्कूल है जी झल्लियां कलां जिला रोपड़ का। तो बिल्कुल सही सुनिया जी, ये सरकारी स्कूल है। तो सरकारी स्कूल की शूटिंग रेंज के मैं अज खड़ा हाँ तो अज थोड़े नाल एक ऐसे स्टूडेंट्स की एक ऐसे सर की मुलाकात कराऊंगा जिन्हों ने इंडिया वास्ते एक बहुत वड्डी अचीवमेंट हासिल करके दी है इंडिया नूं अपने स्टूडेंट्स राहीं, तो अपने स्कूल का तो अपने जिले का बहुत वड्डा नाम किया है। आ जाओ आप पूरी वीडियो देखते। स्कूल के अगे तुसीं मेरे पिछे जिहड़ा स्कूल देख रहे हो, My name is Arshdeep Kaur. I belong from Roopnagar. My school's name is Government Senior Secondary School झल्लियां कलां। मैं लास्ट ईयर +1 आई सी इत्थे ते हुण मेरी इत्थे +2 चल रही है। मेरे कॉम्पीटिशनस डिस्ट्रिक्ट लेवल ते 8th क्लास शुरू होए सीगे क्योंकि 7th ਦੇ ਵਿੱਚ मैं शूटिंग स्टार्ट की ते उस तो बाद प्रैक्टिस तो बाद मैनू डिस्ट्रिक्ट लेवल ते 8th क्लास खिडाया गया सी। ਜਦੋਂ मैं शिवालिक च ਸੀਗੀ ਤੇ ਸਾਡੇ ਡੀਪੀ ਸਰ ਨੇ ਉਹਨਾਂ ਨੇ ਸਾਨੂੰ ਇਸ ਗੇਮ ਬਾਰੇ ਦੱਸਿਆ ਤੇ ਮੇਰਾ ਜਦੋਂ ਸਾਨੂੰ ਸਮਝਾ ਰਹੇ ਸੀ ਵੀ ਇਸ ਗੇਮ 'ਚ ਕੀ ਹੁੰਦਾ ਤੇ ਮੈਨੂੰ ਉਸੇ ਟਾਈਮ ਇੰਟਰਸਟ ਮੈਂ ਸ਼ੁਰੂ ਹੋ ਗਿਆ ਸੀ ਬਣਨਾ
ਤੇ ਮੈਂ ਆਪਣੇ ਪੇਰੈਂਟਸ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਇਹ ਗੇਮ ਕਰਨੀ ਹੈ। ਉਹ ਮੈਨੂੰ ਸਪੋਰਟ ਕਰਦੇ ਸੀ ਵੀ ਤੂੰ ਇਸ ਗੇਮ 'ਚ ਅੱਛੇ ਲੈਵਲ 'ਤੇ ਜਾ, ਸਟੱਡੀਜ਼ ਦੇ ਨਾਲ ਗੇਮ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ। ਤੇ ਸਾਰਿਆਂ ਨੇ ਆਲਮੋਸਟ ਮੈਨੂੰ ਸਪੋਰਟ ਹੀ ਕੀਤਾ। ਮੈਂ ਜਿਹੜੇ ਮੇਰੇ ਕੋਚ ਨੇ ਨਰਿੰਦਰ ਬੰਗਾ, ਉਹਨਾਂ ਦੇ ਕਰਕੇ, ਉਹਨਾਂ ਦੇ ਸਪੋਰਟ ਦੇ ਕਰਕੇ ਮੈਂ ਇਸ ਗੇਮ 'ਚ ਆਈ ਹਾਂ। ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਦੋਂ ਮੈਂ ਜੁਆਇਨ ਕੀਤੀ ਸ਼ੂਟਿੰਗ। ਮੈਂ ਬਹੁਤ ਥੈਂਕਫੁਲ ਹਾਂ ਉਹਨਾਂ ਦੀ। ਰੀਸੈਂਟਲੀ ਮੈਂ ਇੰਡੀਅਨ ਟਰਾਇਲਸ ਦੇ ਕੇ ਆਈ ਸੀਗੀ ਜਿਹੜੇ ਕਿ ਕੇਰਲਾ 'ਚ ਹੋਏ ਸੀਗੇ। ਡੇਲੀ ਪ੍ਰੈਕਟਿਸ ਸਾਡੀ ਸਵੇਰੇ ਹੁੰਦੀ ਸਾਡੀ 3 ਘੰਟੇ ਸਾਡੇ ਸਕੂਲ ਵਿੱਚ, ਅਤੇ ਸ਼ਾਮ ਨੂੰ ਸਾਡੀ 4 ਘੰਟੇ ਹੁੰਦੀ ਹੈ, ਅਤੇ 7 ਆਵਰਸ ਜਾਂ 8 ਆਵਰਸ ਪਰ ਡੇ। ਮੈਂ ਓਲੰਪਿਕਸ ਜਾਣਾ ਚਾਹੁੰਦੀ ਹਾਂ ਪਿਸਟਲ ਇਵੈਂਟ 'ਚ। ਮੇਰਾ ਨਾਮ ਜੈਸਮੀਨ ਕੌਰ ਹੈ ਅਤੇ ਮੈਂ ਰੂਪਨਗਰ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ। ਅਤੇ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿੱਚ ਪੜ੍ਹਦੀ ਹਾਂ। ਮੈਂ 12th ਸਟੈਂਡਰਡ 'ਚ ਹਾਂ ਅਤੇ ਮੈਂ ਇਸ ਸਕੂਲ ਵਿੱਚ ਪਿਛਲੇ ਸਾਲ ਹੀ +1 'ਚ ਐਡਮਿਸ਼ਨ ਲਿੱਤੀ ਸੀਗੀ। ਮੈਂ ਪਹਿਲਾਂ CBSE ਸਕੂਲ ਵਿੱਚ ਪੜ੍ਹਦੀ ਸੀ, ਰੋਪੜ 'ਚ ਹੀ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ। ਅਤੇ ਮੈਂ ਉਸ ਤੋਂ ਬਾਅਦ +1 ਵਿੱਚ ਇਸ ਸਕੂਲ ਵਿੱਚ ਐਡਮਿਸ਼ਨ ਲੈ ਲਈ ਕਿਉਂਕਿ ਉੱਥੇ ਸਾਨੂੰ ਵਾਧੂ ਟਾਈਮ ਨਹੀਂ ਸੀ ਮਿਲਦਾ ਪ੍ਰੈਕਟਿਸ ਲਈ, ਅਤੇ ਸਕੂਲ ਵਾਲੇ ਵੀ ਜ਼ਿਆਦਾ ਸਪੋਰਟ ਨਹੀਂ ਸੀ ਕਰਦੇ ਸ਼ੂਟਿੰਗ ਗੇਮ ਲਈ। ਅਤੇ ਉੱਥੇ ਸ਼ੂਟਿੰਗ ਦਾ ਸਟਰਕਚਰ ਵੀ ਇੰਨਾ ਵਧੀਆ ਨਹੀਂ ਸੀ, ਸਾਨੂੰ ਫੈਸਿਲਿਟੀਜ਼ ਪੂਰੀਆਂ ਨਹੀਂ ਸੀ ਮਿਲਦੀਆਂ। ਮੈਂ 7th ਕਲਾਸ ਦੀ ਜੂਨ ਜੁਲਾਈ 'ਚ ਸਟਾਰਟ ਕੀਤਾ ਸੀ ਅਤੇ ਅਗਸਤ ਸਤੰਬਰ ਦੇ ਨੇੜੇ ਡਿਸਟ੍ਰਿਕਟ ਲੈਵਲ 'ਤੇ ਮੈਂ ਖੇਡਿਆ ਸੀਗਾ। ਅਤੇ ਮੈਂ ਫਸਟ ਈਅਰ 'ਚ ਹੀ ਸਟੇਟ ਲਈ ਸਿਲੈਕਟ ਹੋ ਗਈ ਅਤੇ ਸਟੇਟ ਤੋਂ ਫਸਟ ਈਅਰ 'ਚ ਹੀ ਮੈਂ ਨੈਸ਼ਨਲ ਲਈ ਸਿਲੈਕਟ ਹੋ ਗਈ। ਅਤੇ ਉੱਥੇ ਮੈਡਲ ਬਣਦਾ ਕਿਸੇ ਦੀ ਗਲਤੀ ਕਰਕੇ ਸਾਡਾ ਰਹਿ ਗਿਆ ਸੀਗਾ। ਮਤਲਬ ਪਹਿਲੇ ਤਾਂ ਸਾਨੂੰ ਪਤਾ ਹੀ ਨਹੀਂ ਸੀ, ਅਸੀਂ ਸਿਰਫ ਖੇਡਦੇ ਸੀਗੇ ਕਿਉਂਕਿ ਮੈਂ ਗੇਮ ਮੇਰਾ ਕੋਈ ਟਾਰਗੇਟ ਨਹੀਂ ਸੀਗਾ। ਪਹਿਲੇ ਮੈਨੂੰ ਸਿਰਫ ਮਜ਼ਾ ਆਉਂਦਾ ਸੀ ਕਿਉਂਕਿ ਇਹ ਬਹੁਤ ਕਾਮ ਗੇਮ ਹੈ ਅਤੇ ਮਾਈਂਡ ਸ਼ਾਰਪ ਚਾਹੀਦਾ ਇਹਦੇ ਵਿੱਚ, ਅਤੇ ਸਟੇਬਿਲਿਟੀ, ਬੋਡੀ ਬੈਲੈਂਸ। ਅਤੇ ਹੌਲੀ ਫਿਰ ਮੈਨੂੰ ਇੰਟਰਸਟ ਹੋਰ ਹੁੰਦਾ ਗਿਆ। ਜਿਵੇਂ ਮੈਂ ਦੱਸਿਆ ਕਿ ਮੈਂ ਪਹਿਲੇ ਮੈਚ ਵਿੱਚ ਨੈਸ਼ਨਲ ਲਈ ਸਿਲੈਕਟ ਹੋ ਗਈ ਸੀ ਅਤੇ ਮੈਂ ਫਿਰ ਹੋਰ ਐਨਕਰੇਜ ਹੋ ਗਈ ਕਰਨ ਲਈ ਅੱਗੇ। ਮੇਰੀ ਰਾਈਫਲ ਜਿਵੇਂ 2.5 ਲੱਖ ਦੀ ਆਈ ਹੈ, ਕਿੱਟ ਸਾਡੀ 50,000, ਸ਼ੂਜ਼ 25,000 ਸਮਥਿੰਗ, ਅਤੇ ਸਾਡਾ ਪੂਰਾ ਖਰਚਾ 4.5 ਲੱਖ ਹੋ ਜਾਂਦਾ ਹੈ। ਅਤੇ ਫਿਰ ਮੇਰੇ ਮੰਮਾ ਨੇ ਮੈਨੂੰ ਉਹ ਵੀ ਪ੍ਰੋਵਾਈਡ ਮੈਨੂੰ ਕਿਹਾ ਨਹੀਂ ਕਿ ਮੈਂ ਤੈਨੂੰ ਨਹੀਂ ਲੈ ਕੇ ਦੇਣਾ, ਜਾਂ ਫਿਰ ਵੀ ਮੈਨੂੰ ਗੇਮ 'ਚ ਪੂਰੀ ਸਪੋਰਟ ਕੀਤੀ। ਅਤੇ ਹੁਣ ਤੱਕ ਉਹ ਕਰਦੇ ਆ ਰਹੇ ਹੈ। ਅਤੇ ਉਹਨਾਂ ਨੇ ਹੀ ਮੈਨੂੰ ਮੋਟੀਵੇਟ ਕੀਤਾ ਸੀ ਕਿ ਤੂੰ ਅੱਗੇ ਕਰ, ਕਿ ਹੋਰ ਵਧੀਆ ਕਰ, ਕਿ ਇਹ ਨਹੀਂ ਸੋਚਣਾ ਕਿ ਅਸੀਂ ਮੈਡਲ ਲੈ ਕੇ ਆਉਣਾ। ਅਤੇ ਉਹ ਤਾਂ ਮੈਨੂੰ ਉਹਨਾਂ ਦਾ ਇੱਕ ਹੀ ਡਾਇਲੋਗ ਹੁੰਦਾ ਮੋਸਟਲੀ ਕਿ ਜਾ ਤੂੰ, ਮੈਨੂੰ ਇਹੀ ਬਹੁਤ ਮਾਣ ਹੈ ਕਿ ਤੂੰ ਕਿਸੇ ਹੋਰ ਇਲਾਕੇ ਵਿੱਚ ਜਾ ਕੇ ਗੋਲੀਆਂ ਚਲਾ ਕੇ ਆਉਂਦੀ ਹੈ। ਅਤੇ ਇਸ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲੀ। ਫਿਲਹਾਲ ਤਾਂ ਮੈਂ ਅੰਜੂ ਮੋਦਗਿਲ ਉਹਨਾਂ ਨੂੰ ਮੰਨਦੀ ਹਾਂ ਕਿਉਂਕਿ ਮੈਂ ਉਹਨਾਂ ਨੂੰ ਦੇਖ ਕੇ ਹੀ ਇਨਕਰੇਜ ਹੋਈ ਸੀ। ਮੈਂ ਫਸਟ ਟਾਈਮ ਨੈਸ਼ਨਲ ਜਦੋਂ ਖੇਡਿਆ ਸੀ, ਓਪਨ ਨੈਸ਼ਨਲ, ਉਹਨਾਂ ਨੂੰ ਉੱਥੇ ਦੇਖਿਆ ਸੀਗਾ। ਅਤੇ ਸੈਕਿੰਡ ਟਾਈਮ ਮੈਂ ਉਹਨਾਂ ਨਾਲ ਓਪਨ ਨੈਸ਼ਨਲ 'ਚ ਮੇਰਾ ਸਿਲਵਰ ਮੈਡਲ ਸੀ ਸੀਨੀਅਰ, ਅਤੇ ਉਹਨਾਂ ਦਾ ਗੋਲਡ ਮੈਡਲ। ਮੈਂ ਉਹਨਾਂ ਤੋਂ ਹੀ ਇੰਸਪਾਇਰ ਹੋਈ ਸੀ ਕਿ ਲਾਸਟ ਟਾਈਮ ਮੈਂ ਉਹਨਾਂ ਨੂੰ ਦੇਖਿਆ ਸੀ ਅਤੇ ਇੰਟਰਨੈਸ਼ਨਲ ਪਲੇਅਰ ਹੈ, ਮੈਂ ਉਹਨਾਂ ਨਾਲ ਖੇਡਿਆ। ਪਹਿਲਾਂ ਮੈਂ 2018 ਵਿੱਚ ਫਸਟ ਖੇਲੋ ਇੰਡੀਆ 'ਚ ਪਾਰਟੀਸਪੇਟ ਕੀਤਾ ਸੀ, ਅਤੇ ਉਹ ਤੋਂ ਬਾਅਦ 2019 ਵਿੱਚ ਸੈਕਿੰਡ ਖੇਲੋ ਇੰਡੀਆ ਵਿੱਚੋਂ ਹੀ ਮੇਰੀ ਜਰਨੀ ਸਟਾਰਟ ਹੋਈ ਅਸਲੀ ਕਿ ਮੈਂ ਅੱਛੇ ਲੈਵਲ 'ਤੇ ਪਹੁੰਚੀ। ਸੈਕਿੰਡ ਖੇਲੋ ਇੰਡੀਆ ਵਿੱਚ ਮੇਰੀ ਸਿਲਵਰ ਮੈਡਲ ਸੀਗਾ। ਅਤੇ ਉਹ ਤੋਂ ਬਾਅਦ ਫਿਰ ਮੈਂ ਦੁਬਾਰਾ ਉਹ ਤੋਂ ਬਾਅਦ ਟਰਾਇਲਸ ਦਿੱਤੇ, ਅਤੇ ਉਵੇਂ ਡਿਸਟ੍ਰਿਕਟ, ਸਟੇਟ ਅਤੇ ਨੈਸ਼ਨਲ ਸਾਡੀ ਚੱਲਦੀ ਰਹੀ ਸਕੂਲ ਦੀ, ਅਤੇ ਓਪਨ ਵੀ। ਅਤੇ ਉਹ ਤੋਂ ਬਾਅਦ ਫਿਰ ਟਰਾਇਲਸ ਵਿੱਚ ਮੇਰੀ ਵਧੀਆ ਰੈਂਕ ਰਹੀ, ਅਤੇ ਮੈਂ 14th ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸਿਲੈਕਟ ਹੋਈ। ਖੇਲੋ ਇੰਡੀਆ ਵਿੱਚ ਵੀ ਮੈਨੂੰ ਫੰਡਿੰਗ ਮਿਲਦੀ ਹੈ ਸਾਲ ਦੀ 5 ਲੱਖ। ਅਤੇ ਅਸੀਂ ਜਦੋਂ ਇੰਟਰਨੈਸ਼ਨਲ ਜਾਂਦੇ ਹਾਂ ਅਤੇ ਉੱਥੇ ਮੈਂ ਗਈ ਸੀਗੀ, ਉਹ ਤੋਂ ਪਹਿਲੇ ਸਾਡੇ ਕੈਂਪਸ ਵੀ ਲੱਗਦੇ ਹੈ, ਉੱਥੇ ਵੀ ਸਾਨੂੰ ਹੋਟਲ 'ਚ ਰੱਖਿਆ ਜਾਂਦਾ ਹੈ ਅਤੇ ਸਾਰਾ ਖਰਚਾ ਗਵਰਨਮੈਂਟ ਕਰਦੀ ਹੈ। ਅਤੇ ਜਦੋਂ ਸਾਨੂੰ ਦੋਹਾ ਕਤਰ ਜਦੋਂ ਮੈਂ ਗਈ ਸੀ ਇੰਟਰਨੈਸ਼ਨਲ, ਅਤੇ ਉੱਥੇ ਵੀ ਸਾਰਾ ਖਰਚਾ ਗਵਰਨਮੈਂਟ ਕਰਦੀ ਆ, ਆਉਣ ਜਾਣ ਦਾ ਅਤੇ ਉੱਥੇ ਰਹਿਣ ਦਾ ਵੀ, ਅਤੇ ਗਵਰਨਮੈਂਟ ਦੀ ਵੀ ਸਪੋਰਟ ਹੈਗੀ ਹੈ ਪੂਰੀ। ਅਤੇ ਉਸ ਤੋਂ ਬਾਅਦ ਫਿਰ ਅਸੀਂ ਟਰਾਇਲਸ ਖੇਲੇ ਅਤੇ ਮੇਰੀ ਵਧੀਆ ਰੈਂਕਿੰਗ ਰਹੀ ਫਿਰ, ਅਤੇ ਮੈਂ ਇੰਡੀਅਨ ਸਕੁਐਡ 'ਚ ਸਿਲੈਕਟ ਹੋਈ, ਜੂਨੀਅਰ ਸਕੁਐਡ 'ਚ ਆ ਮੈਂ ਇਸ ਟਾਈਮ। ਅਤੇ ਉਸ ਤੋਂ ਬਾਅਦ ਫਿਰ ਖੇਲੋ ਇੰਡੀਆ, 3rd ਖੇਲੋ ਇੰਡੀਆ ਵਿੱਚ ਵੀ ਮੇਰੀ ਸਿਲੈਕਸ਼ਨ ਹੋਈ ਕਿਉਂਕਿ ਮੇਰੀ ਰੈਂਕਿੰਗ ਵਧੀਆ ਸੀ, ਅਤੇ ਉਹਦੇ ਵਿੱਚ ਵੀ ਮੇਰਾ ਫਿਰ ਦੁਬਾਰਾ ਸਿਲਵਰ ਮੈਡਲ ਆਇਆ। ਬਹੁਤ ਵਧੀਆ ਫੀਲ ਹੋਇਆ ਕਿ ਇੱਕ ਪੰਜਾਬ ਲਈ, ਆਪਣੀ ਸਿਟੀ ਲਈ, ਪੰਜਾਬ ਲਈ ਅਤੇ ਇੰਡੀਆ ਲਈ ਮੈਡਲ ਲਿੱਤਾ, ਗੋਲਡ ਮੈਡਲ ਇੰਡੀਵਿਜੂਅਲ। ਇੰਟਰਨੈਸ਼ਨਲ ਮੈਡਲ, ਗੋਲਡ ਮੈਡਲ ਤੋਂ ਬਾਅਦ ਮੈਨੂੰ ਹੋਰ ਇੰਸਪੀਰੇਸ਼ਨ ਮਿਲੀ, ਅਤੇ ਹੁਣ ਮੈਂ ਆਪਣਾ ਏਮ ਟਾਰਗੇਟ ਸੈੱਟ ਕੀਤਾ ਹੋਇਆ ਓਲੰਪਿਕਸ ਗੋਲਡ ਮੈਡਲ ਮੇਰਾ ਅਗਲਾ ਟਾਰਗੇਟ ਹੈ, ਅਤੇ ਇਸ ਨੂੰ ਅਚੀਵ ਕਰਨ ਲਈ ਹੁਣ ਅਸੀਂ ਡੇਲੀ ਪ੍ਰੈਕਟਿਸ ਕਰਦੇ ਹਾਂ। ਮੇਰਾ ਨਾਮ ਖੁਸ਼ੀ ਸੈਣੀ ਹੈ ਅਤੇ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਸਟੂਡੈਂਟ ਹਾਂ। ਮੈਂ ਇੱਥੇ ਕਲਾਸ 10th ਦੇ ਵਿੱਚ ਜੁਆਇਨ ਕੀਤਾ ਸੀ। ਉਸ ਤੋਂ ਪਹਿਲਾਂ ਮੈਂ CBSE ਸਕੂਲ ਦੇ ਵਿੱਚ ਪੜ੍ਹਦੀ ਸੀ, ਅਤੇ ਇਸ ਸਕੂਲ ਦੇ ਵਿੱਚ ਜੁਆਇਨ ਕਰਨ ਦਾ ਮੇਰਾ ਮੇਨ ਰੀਜ਼ਨ ਇਹ ਸੀ
कि इस स्कूल दे विच जो शूटिंग दे लई सानू फैसिलिटीज़ प्रोवाइड कीतियां गईयां वो बहुत ज़्यादा वधिया सी। ते मैं इंटरनेशनल लैवल दी प्लेयर हाँ। मैं एशियन दी जूनीयर कैटेगरी विच इंडिविजुअल ब्रॉन्ज मैडल ते टीम सिल्वर मैडल है मेरे कोल। ते मैनूं ये लगदा है कि शायद जे मैं इस स्कूल दे विच उस टाइम ना ज्वाइन करदी तां अज मेरे कोल मैडल ना हुंदा। मेरी फैमिली मैनूं बहुत ज़्यादा सपोर्ट करती है। उन्होंने अज तक कदे भी नहीं कहा कि गेम नहीं करनी, या बहुत सारे मतलब पेरेंट्स ऐदा होंदे ने जिन्होंने ये लगता है कि शायद गर्ल्स नूं स्टडीज़ के वाल ज़्यादा प्रमोट करना चाहिए, बट मेरे पेरेंट्स ने मैनूं हमेशा स्पोर्ट्स वाल ते स्टडीज़ वाल दोनों चीज़ों वाल इक्वल सपोर्ट की। मैं 2017 दे विच शूटिंग स्पोर्ट स्टार्ट की सी ते 2017 दे विच मैं ओपन साइट एयर राइफल करती सी ते उसी ओपन साइड के नाल ही मैं अपनी फर्स्ट डिस्ट्रिक्ट मैच खेलिया सी, बट उहदे विच मेरा मैडल नहीं सी। दैन 2018 दे विच मैं पीप साइट एयर राइफल स्टार्ट की। दैन मैं डिस्ट्रिक्ट दे विच मेरा इंडिविजुअल गोल्ड मैडल सी। दैन मैं उसी इवेंट दे विच फर्स्ट ईयर दे विच स्टेट दे विच भी गोल्ड मैडल लिता एंड स्कूल नैशनल्स दे विच भी मेरा टीम गोल्ड मैडल सी। उस तो बाद मैं अपनी ओपन नैशनल्स खेली। दैन उस तो बाद मैं इंडियन टीम के ट्रायल्स लिए सिलैक्ट इंडियन टीम के ट्रायल्स दिते। दैन ट्रायल्स तो बाद जिमें जिमें असी ट्रायल्स दिंदे गए एक्सपीरियंस वधदा गया। दैन इंडियन टीम के ट्रायल्स तो मेरी 14th एशियन शूटिंग चैंपीयनशिप के लिए सिलैक्शन हुई तो उत्थे मेरा इंडिविजुअल ब्रॉन्ज एंड टीम सिल्वर मैडल सी। उस तो बाद मैं ट्रायल्स उस तो बाद अगेन साडे न्यू ईयर दी न्यू स्क्वाड लिए सिलैक्शन होंदी है हर ईयर। दैन उस तो बाद मैं अपने ट्रायल्स दिते, वो ट्रायल्स केरला होए सी। दैन उस तो बाद मेरी इंडियन सीनियर स्क्वाड दे विच सिलैक्शन हुई। दैन उस तो बाद मेरी टारगेट ओलंपिक पोडियम स्कीम जो कि 2024 दे ਲਈ है ਉਹਦੇ ਵਿੱਚ सिलैक्शन हुई। साडी शूटिंग गेम दे विच सेफ्टी मेजर्स जो ने फस्ट प्रायोरिटी उन्होंने दिती जाती है तो कि जी साडी बैरल है वो लोडिड नहीं होनी चाहिए तो जड़ा जिस टाइम असी शूट नहीं कर रहे उस टाइम साडी ट्रिगर फिंगर तो नहीं होनी चाहिए तो बैरल ऑडियंस वाल नहीं होनी चाहिए। तो जे असी इन्हां चों कोई भी चीज़ नहीं फॉलो करते दैन मैच के सानू डिसकुआलीफाई कर दिता जाता है। तो सानू पर मैच 60 शॉट्स का क्वालीफिकेशन लैवल होंदा है तो क्वालीफिकेशन तो बाद सानू फाइनल मैच मिलता है उहदे विच 24 शॉट्स का विदिन द टाइम लिमिट एलिमिनेशनस दे नाल फाइनल्स चलता है। जब असी इंटरनेशनल लैवल के प्लेयर हो जाते हैं या स्क्वाड दे विच सिलैक्ट होंदे ने तो बहुत सारे टीम के कोचिज भी ने जिन्होंने परसनली अटेंशन होंदी है कि ये वधिया शूटर साडे कोल आन तो वो परसनली भी कॉल करते हैं कि साडी अकैडमी ज्वाइन करो। दैन बट सानू इन्ना भरोसा है कि जे असी इसी स्कूल दे विच प्रैक्टिस करके जो साडे कोच सर ने सरदार नरिंदर सिंह बंगा उन्होंने दे कोलों कोचिंग लैके इत्थे तक पहुँचे हैं तो अगे भी असी उन्होंने तो कोचिंग लैके ही पहुँच सकते हैं। तो यही एक रीज़न है कि असी हले भी इत्थे ही प्रैक्टिस करते हैं। ये जिन्ना भी इत्थे रिक्वायरमेंट्स ने ये सारियां स्कूल वाले ने अपने आप तैयार करवाइया ने। ये गवर्नमेंट का जो है कोई भी सपोर्टिंग हैंड नहीं है, बट ये भी एक मतलब प्रॉपर रिक्वायरमेंट है जो पूरी है साडे लिए। बट जिमें कि हुण असीं इंटरनेशनल लैवल पर खेल चुके हैं तो उस लैवल लिए ये चीज़ां इनफ नहीं ने। जो साडी स्पैशल डिमांड है इस टाइम जो साडी रिक्वायरमेंट है वो है स्विस एसर लेन्स की, बिकॉज इंडियन टीम की सिलैक्शन तो जिन्ने भी इंटरनेशनल मैचेस ने वो सारे उन्ना ही लेन्स ते हुंदे ने। सो मैनुअल्स लेन ते प्रैक्टिस करके जो साडा हैंड्स साडी स्किल्स ने उन्ने शार्प नहीं होंदे जिन्ने कि स्विस एसर लेन्स ते प्रैक्टिस करके होंदे ने। मेरा नाम सहजप्रीत कौर है तो मैं श्री चमकौर साहिब रूपनगर में रहनी है। तो मैं रिसेंटली अपनी +2 कंप्लीट करी है। मैं +1 ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਲੀਆਂ ਕਲਾਂ ਦੇ ਵਿੱਚ ਐਡਮਿਸ਼ਨ ਲਈ ਸੀ ਤੇ ਇਸ ਤੋਂ ਪਹਿਲਾਂ ਮੈਂ CBSE ਸਕੂਲ ਦੇ ਵਿੱਚ ਪੜ੍ਹਦੀ ਸੀ। ਬਟ +1 ਦੇ ਵਿੱਚ ਐਡਮਿਸ਼ਨ ਜਦ ਲੈਣੀ ਸੀਗੀ ਤਾਂ ਉਸ ਟਾਈਮ ਇਸ ਸਕੂਲ ਦੇ ਵਿੱਚ ਫੈਸਿਲਿਟੀਜ਼ ਸਪੋਰਟਸ ਦੇ ਵਿੱਚ ਵੀ ਤੇ ਐਕੈਡੈਮਿਕਸ ਦੋਹਾਂ ਦੇ ਵਿੱਚ ਬਹੁਤ ਜ਼ਿਆਦਾ ਸੀਗੀਆਂ ਐਜ਼ ਕੰਪੇਅਰ ਟੂ ਉਸ ਮੇਰੇ ਪੁਰਾਣੇ ਸਕੂਲ ਦੇ ਨਾਲੋਂ। ਇਸ ਕਰਕੇ ਮੈਂ ਸਕੂਲ ਦੇ ਵਿੱਚ ਐਡਮਿਸ਼ਨ ਲਈ। ਫਿਰ ਜਿਹੜੀ ਸਪੋਰਟਸ ਸੀਗੀ ਉਹ ਵੈਸੇ 2014 ਦੇ ਵਿੱਚ ਸਟਾਰਟ ਕਰੀ ਸੀਗੀ ਸ਼ੂਟਿੰਗ, ਬਟ ਕਿਸੇ ਰੀਜ਼ਨ ਦੇ ਕਰਕੇ ਫੈਮਿਲੀ ਪ੍ਰੋਬਲਮ ਦੇ ਕਰਕੇ ਇਹ ਮੇਰੀ ਛੁੱਟ ਗਈ ਸੀ। ਬਟ ਮੈਂ ਦੁਬਾਰਾ 2015 ਦੇ ਵਿੱਚ ਦੁਬਾਰਾ परस्यू करी तो मेरा फस्ट मैच जो डिस्ट्रिक्ट का मैच सीगा। मैं फस्ट मैच डिस्ट्रिक्ट का खेलिया
ਤੇ ਫਿਰ ਉਸ ਤੋਂ ਬਾਅਦ ਮੈਂ ਸਟੇਟ ਖੇਲੀ ਸੀਗੀ ਨਵੰਬਰ ਅਕਤੂਬਰ ਦੇ ਵਿੱਚ 2015 ਦੇ ਵਿੱਚ ਹੀ, ਤੇ ਉਹਦੇ ਵਿੱਚ ਮੇਰਾ ਸਟੇਟ ਦੇ ਵਿੱਚ ਟੀਮ ਸਿਲਵਰ ਮੈਡਲ ਆਇਆ ਸੀ। ਉਸ ਤੋਂ ਬਾਅਦ ਫਿਰ ਨੈਕਸਟ ਈਅਰ 2016 ਦੇ ਵਿੱਚ ਵੀ ਮੈਂ ਸਟੇਟ ਦੇ ਵਿੱਚ ਮੇਰਾ ਟੀਮ 골ਡ ਸੀਗਾ, ਤੇ ਮੈਂ ਇੰਡੀਵਿਜੂਅਲੀ 4th ਪੋਜੀਸ਼ਨ ਦੇ ਉੱਪਰ ਰਹੀ ਸੀਗੀ। ਤੇ ਫਿਰ 2017 ਦੇ ਵਿੱਚ ਜਾ ਕੇ ਮੈਂ ਹੋਰ ਜ਼ਿਆਦਾ ਮਿਹਨਤ ਕਰੀ, ਤੇ ਮੇਰਾ ਸਟੇਟ ਟੀਮ 골ਡ ਤੇ ਇੰਡੀਵਿਜੂਅਲ ਦੋਵੇਂ 골ਡ ਸੀਗੇ, ਤੇ ਨੈਸ਼ਨਲ ਦੇ ਵਿੱਚ ਮੇਰੀ ਪਾਰਟਿਸਪੇਸ਼ਨ ਸੀ, ਉਹਦੇ ਵਿੱਚ ਵੀ ਮੈਂ 4th ਦੇ ਉੱਪਰ ਫਿਰ 4th ਰਹਿ ਗਈ ਸੀ ਮੇਰੀ ਪੋਜੀਸ਼ਨ। ਤੇ ਉਹ ਤੋਂ ਬਾਅਦ ਸ਼ਾਇਦ ਮੈਂ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਗਈ ਸੀਗੀ ਨੈਸ਼ਨਲ ਤੋਂ ਬਾਅਦ, ਬਟ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਿਆ ਸੀਗਾ। ਤੇ ਫਿਰ 2018 ਦੇ ਵਿੱਚ ਮੈਂ ਦੁਬਾਰਾ ਮੇਰਾ ਸਟੇਟ ਬ੍ਰੌਂਜ਼ ਮੈਡਲ ਤੇ ਨੈਸ਼ਨਲ ਟੀਮ 골ਡ ਤੇ ਇੰਡੀਵਿਜੂਅਲ ਬ੍ਰੌਂਜ਼ ਮੈਡਲ ਆਇਆ। ਫੈਮਿਲੀ ਤਾਂ ਬਹੁਤ ਜ਼ਿਆਦਾ ਸਪੋਰਟ ਰਹੀ ਹੈ, ਮੇਰੇ ਪਾਪਾ ਮੰਮਾ ਸਿਸਟਰ ਬ੍ਰਦਰ ਸਾਰਿਆਂ ਨੇ ਪੂਰੀ ਸਪੋਰਟ ਕਰੀ ਹੈ ਮੇਰੀ ਹਮੇਸ਼ਾ। ਮਤਲਬ ਮੈਨੂੰ ਲੈ ਕੇ ਕੋਈ ਵੀ ਮੈਚ ਹੁੰਦਾ, ਕਦੇ ਵੀ ਕੋਈ ਹਮੇਸ਼ਾ ਸਪੈਸ਼ਲੀ ਸਾਡੇ ਵਾਸਤੇ ਫ੍ਰੀ ਹੋ ਜਾਂਦੇ ਆ, ਤੇ ਜਿੱਥੇ ਵੀ ਜਾਣਾ ਹੁੰਦਾ ਹਮੇਸ਼ਾ ਮੇਰੇ ਪਾਪਾ ਮੇਰੇ ਨਾਲ ਜਾਂਦੇ ਆ। ਫਿਊਚਰ 'ਚ ਮੇਰਾ ਜਿਹੜਾ ਮੇਨ ਏਮ ਹੈ ਉਹ ਇੱਕ IAS ਆਫਿਸਰ ਬਣਨ ਦਾ, ਤੇ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਸਪੋਰਟਸ ਦੇ ਵਿੱਚ ਵੀ ਇੰਟਰਨੈਸ਼ਨਲ ਲੈਵਲ ਤੱਕ ਖੇਲਾਂ। ਸਰ ਮੇਰੇ ਹਿਸਾਬ ਨਾਲ ਤਾਂ ਸਾਡੀ ਜਿਹੜੀ ਜਿੰਨੀ ਵੀ ਹੁਣ ਫੈਸਿਲਿਟੀ ਸਾਨੂੰ ਮਿਲ ਰਹੀ ਹੈ, ਇਹਦੇ ਵਿੱਚ ਗਵਰਨਮੈਂਟ ਦਾ ਕੋਈ ਵੀ ਸਪੋਰਟ ਨਹੀਂ ਸੀਗੀ। ਸਾਰੀ ਜਿਹੜੀ ਸੀਗੀ ਉਰੇ ਦੇ ਟੀਚਰਸ ਨੇ ਆਪਣੇ ਆਪ ਮਿਲ ਕੇ ਰੇਂਜ ਤਿਆਰ ਕਰੀ ਹੈ, ਤੇ ਗਵਰਨਮੈਂਟ ਤੋਂ ਤਾਂ ਸਿਰਫ ਮੇਰੀ ਇੱਕੋ ਅਪੀਲ ਹੈ ਕਿ ਸਾਨੂੰ ਸਿਰਫ ਸਵਿਚ ਰੇਂਜਸ ਦੀ ਜ਼ਰੂਰਤ ਹੈ, ਇਲੈਕਟ੍ਰੋਨਿਕ ਰੇਂਜਸ, ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਓਪਨ ਨੈਸ਼ਨਲਸ ਟਰਾਇਲ ਸਾਰਿਆਂ ਦੇ ਵਿੱਚ ਉਸੇ ਦੇ ਵਿੱਚ ਮੈਚਿਸ ਹੁੰਦੇ ਨੇ। ਤਾਂ ਮੇਰੀ ਸਿਰਫ ਇੱਕ ਇਹੀ ਅਪੀਲ ਹੈ ਕਿ ਉਹ ਜਿਹੜੇ ਰੇਂਜਸ ਆ ਉਹ ਸਾਨੂੰ ਪ੍ਰੋਵਾਈਡ ਕੀਤੀਆਂ ਜਾਣ। ਮੇਰਾ ਹੁਣ +2 ਦੇ ਰਿਜ਼ਲਟ ਆਇਆ ਸੀ, ਤੇ ਮੇਰੇ 93.56% ਸੀਗੇ ਉਹਦੇ ਵਿੱਚ, ਤੇ ਮੈਂ ਆਪਣੀ ਕਲਾਸ ਦੇ ਵਿੱਚ ਟੌਪ ਕਰਿਆ ਸੀ। ਮੇਰਾ ਬ੍ਰਦਰ ਮੇਰੇ ਨਾਲ ਹੀ ਜਿਹੜੇ ਸੀਗੇ, ਦੋਨੇ ਇਕੱਠੇ ਹੀ ਸਪੋਰਟਸ ਸਟਾਰਟ ਕਰੀਆਂ ਸੀਗੀਆਂ, ਤੇ ਉਹ ਵੀ ਹੁਣ ਸ਼ੂਟਿੰਗ ਦੇ ਵਿੱਚ ਹੈ, ਤੇ ਉਹਦਾ ਨੈਸ਼ਨਲ ਸਿਲਵਰ ਮੈਡਲ ਹੈ, ਤੇ ਉਹਨੇ ਟਰਾਇਲਸ ਵਗੈਰਾ ਉਹਦੇ ਵਿੱਚ ਵੀ ਉਹ ਸਾਰਾ ਕਰਦਾ। ਉਹ ਮੇਰਾ ਬ੍ਰਦਰ ਵੀ ਟੌਪਰ ਹੈ। ਮੇਰਾ ਨਾਮ ਨਰਿੰਦਰ ਸਿੰਘ ਹੈ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਪੰਜਾਬੀ ਮਾਸਟਰ ਹਾਂ, ਤੇ ਸ਼ੂਟਿੰਗ ਨੂੰ ਇੱਕ ਸ਼ੌਂਕ ਦੇ ਤੌਰ 'ਤੇ ਨਾਲ ਰੱਖਿਆ ਹੈ, ਤੇ ਬੱਚਿਆਂ ਨੂੰ ਸ਼ੂਟਿੰਗ ਦੀ ਪ੍ਰੈਕਟਿਸ ਵੀ ਕਰਵਾਈ ਦੀ ਹੈ, ਤੇ ਸ਼ੂਟਿੰਗ ਰੇਂਜ ਸਕੂਲ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਕੋਸ਼ਿਸ਼ ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਵਧੀਆ ਬਣ ਗਈ, ਤੇ ਉਹਦੇ ਕਰਕੇ ਹੀ ਜਿਹੜੇ ਹੈ ਬੱਚੇ ਕਈ CBSE ਸਕੂਲ ਜਾਂ ਕਨਵੈਂਟ ਸਕੂਲਾਂ ਤੋਂ ਹਟ ਕੇ ਉਹ ਸਾਡੇ ਸਕੂਲ ਵਿੱਚ ਦਾਖਲ ਹੋਏ। ਵੀ ਸ਼ੂਟਿੰਗ ਦਾ ਇੱਕ ਵਧੀਆ ਇਨਫਰਾਸਟ੍ਰਕਚਰ ਇੱਥੇ ਬਣ ਚੁੱਕਾ ਹੈ। ਇਸ ਫੀਲਡ ਵਿੱਚ ਜੇ ਗੱਲ ਕਰੀਏ, ਜਦੋਂ 2012 ਦੀ ਗੱਲ ਹੈ, ਬੇਟੇ ਨੂੰ ਗੇਮ ਕਰਵਾ ਰਹੇ ਸੀ, ਉਹਨੂੰ ਕਦੇ ਕਹਿੰਦੇ ਸੀ ਸਵਿਮਿੰਗ ਕਰ ਲੈ, ਕਦੇ ਕਹਿ ਰਹੇ ਸੀ ਬੈਡਮਿੰਟਨ ਖੇਡ ਲੈ, ਪਰ ਉਹ ਕਿਸੇ ਵੀ ਗੇਮ ਦੇ ਵਿੱਚ ਨਹੀਂ ਟਿਕਿਆ। ਮੈਂ ਤਾਂ ਸ਼ੂਟਿੰਗ ਕਰਨੀ, ਪਰ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਇਨਫਰਾਸਟ੍ਰਕਚਰ ਬਿਲਕੁਲ ਨਹੀਂ ਸੀ। ਸ਼ੂਟਿੰਗ ਰੇਂਜ ਦਾ ਨਾਂ ਵੀ ਪਤਾ ਨਹੀਂ ਸੀ, ਸ਼ੂਟਿੰਗ ਦਾ ਨਾਂ ਵੀ ਕਿਸੇ ਨੂੰ ਪਤਾ ਨਹੀਂ ਸੀ, ਵੀ ਕਿਹੜੇ ਇਵੈਂਟ ਹੁੰਦੇ ਇਹ ਵੀ ਨਹੀਂ ਸੀ ਪਤਾ ਕਿਸੇ ਨੂੰ ਵੀ ਜ਼ਿਲ੍ਹੇ ਦੇ ਵਿੱਚ। ਤੇ ਫਿਰ ਕੋਸ਼ਿਸ਼ ਕੀਤੀ ਮੈਂ ਇਹਦੇ ਵਾਸਤੇ ਲੱਭਣ ਦੀ ਵੀ ਕਿੱਥੋਂ ਮੈਨੂੰ ਇਹ ਮਿਲ ਸਕਦੀ ਹੈ ਸ਼ੂਟਿੰਗ, ਤੇ ਉਹ ਫਿਰ ਮੈਨੂੰ ਪਤਾ ਲੱਗਿਆ ਵੀ PAP ਜਲੰਧਰ ਜਿਹੜੀ ਹੈਗੀ ਹੈ ਸ਼ੂਟਿੰਗ ਰੇਂਜ ਹੈ ਉੱਥੇ, ਤੇ ਉੱਥੇ ਜਾ ਕੇ ਫਿਰ ਮੈਂ ਲਾਈਫ ਟਾਈਮ ਮੈਂਬਰਸ਼ਿਪ, ਪਹਿਲਾਂ ਤਾਂ ਮੈਂ ਤਾਂ ਮੰਥਲੀ ਬੇਸ 'ਤੇ ਕਹਿੰਦਾ ਵੀ ਚਲੋ ਮੰਥਲੀ ਆਪਾਂ ਮੈਂਬਰਸ਼ਿਪ ਲੈ ਲਈਏ ਤੁਹਾਡੀ, ਵੀ ਬੱਚੇ ਨੂੰ ਕੁਛ ਸਿੱਖਣ ਨੂੰ ਮਿਲ ਜੂਗਾ। ਅਵਤਾਰ ਸਿੰਘ ਜੀ ਕੋਚ ਸੀ ਉੱਥੇ, ਤੇ ਜਦੋਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਅਸ਼ੋਕ ਜੀ ਜਿਹੜੇ ਉੱਥੇ ਰੇਂਜ ਦੇ ਹੈਗੇ ਇੰਚਾਰਜ, ਉਹ ਕਹਿੰਦੇ ਤੁਸੀਂ ਭਾਜੀ ਕਰਦੇ ਕੀ ਹੋ? ਮੈਂ ਸਰਕਾਰੀ ਅਧਿਆਪਕ ਹਾਂ। ਕਹਿੰਦੇ ਤੁਸੀਂ ਬਜਾਏ 1 ਸਾਲ ਦੀ ਜਾਂ 1 ਮਹੀਨੇ ਦੀ ਮੈਂਬਰਸ਼ਿਪ ਹੈ, ਤੁਸੀਂ ਲਾਈਫ ਟਾਈਮ ਲੈ ਲਓ, ਵੀ ਤੁਹਾਡਾ ਸਾਰਾ ਪਰਿਵਾਰ ਉਹ 'ਚ ਕਵਰ ਹੋ ਜਾਊਗਾ। ਮੈਂ ਪਰਿਵਾਰ ਤਾਂ ਅਸੀਂ ਆਪ ਹੈ, ਹੋਰ ਕਿੰਨੇ ਬੱਚਾ ਇੱਕ ਬੇਟਾ ਇੱਕ ਹੈ, ਵੀ ਕੋਈ ਇੱਦਾਂ ਨਹੀਂ। ਕਹਿੰਦੇ ਨਹੀਂ ਫਿਰ ਵੀ ਤੁਸੀਂ ਲੈ ਲਓ। ਉਹ 15,000 ਦੀ ਸ਼ਾਇਦ ਉਸ ਟਾਈਮ ਗਵਰਨਮੈਂਟ EMPLOYE ਲਈ ਸੀ ਉਹਨਾਂ ਦਾ। ਉਹ ਕਹਿੰਦੇ ਲਾਈਫ ਟਾਈਮ ਮੈਂਬਰ। ਹੁਣ ਉਹ ਲਾਈਫ ਟਾਈਮ ਮੈਂਬਰ ਬਣਾਇਆ ਉੱਥੇ ਬੱਚੇ ਨੂੰ, ਮੈਂ ਆਪਣੇ ਬੇਟੇ ਨੂੰ ਆਪ ਵੀ ਬਣਿਆ ਵਿੱਚ। ਤੇ ਉਸ ਤੋਂ ਬਾਅਦ ਉੱਥੇ ਪ੍ਰੈਕਟਿਸ ਕਰਨ ਜਾਂਦੇ ਰਹੇ। ਫਿਰ ਵੇਖਿਆ ਵੀ ਨਹੀਂ, ਇਹ 80 ਕਿਲੋਮੀਟਰ ਬਹੁਤ ਹੈ, ਆਉਣਾ ਜਾਣਾ ਔਖਾ ਹੈ, ਵੀ ਇਹ ਨਹੀਂ ਹੋਣਾ। ਉਸ ਟਾਈਮ ਕਹਿ ਲਓ ਵੀ ਸਾਧਨ ਵੀ ਨਹੀਂ ਸੀ ਘਰੇ, ਜੇ ਕਹਿ ਲਓ ਵੀ ਬੱਸਾਂ 'ਚ ਜਾਈਦਾ ਸੀ ਉਸ ਸਮੇਂ, ਗੱਡੀ ਵੀ ਨਹੀਂ ਸੀ। ਸੋ ਫਿਰ ਕੋਸ਼ਿਸ਼ ਕੀਤੀ ਵੀ ਰੋਪੜ ਦੇ ਵਿੱਚ ਹੀ ਇਨਫਰਾਸਟ੍ਰਕਚਰ ਬਣਾਈਏ। ਮੈਂ ਸ਼ਿਵਾਲਿਕ ਕਲੱਬ ਦਾ ਮੈਂਬਰ ਸੀ, ਰੋਪੜ ਦੇ ਅਫੀਸਰ ਜੋ ਕਲੱਬ ਹੈਗਾ, ਤੇ DC ਸਾਹਿਬ ਨਾਲ ਗੱਲ ਕੀਤੀ, ਸੈਕਟਰੀ ਸਾਹਿਬ ਜਿਹੜੇ ਤੇ ਕਲੱਬ ਦੇ ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਵੀ ਠੀਕ ਹੈ, ਅਸੀਂ ਤੁਹਾਨੂੰ ਇੱਕ ਥਾਂ ਦੇ ਦਿੰਦੇ, ਉੱਪਰ ਹੈਗਾ ਹੈ ਬਈ ਬੈਡਮਿੰਟਨ ਹਾਲ ਦੇ ਉੱਪਰ ਇੱਕ ਛੋਟਾ ਜਿਹਾ ਹੈਗੀ ਹੈ ਏਰੀਆ, ਵੀ ਜਿੱਥੇ ਤੁਸੀਂ ਜੇ ਡਿਵੈਲਪ ਕਰਨਾ ਚਾਹੁੰਦੇ ਕਰ ਲਓ। ਉੱਥੇ 2 ਲੇਨਾਂ ਲੱਗੀਆਂ ਸਿਰਫ। ਚਲੋ ਮੈਨੂੰ ਇਹ ਸੀ ਵੀ ਚੱਲ 2 ਹੀ ਲੱਗ ਜਾਣ, ਕੁਛ ਤਾਂ ਕਰੀਏ। ਫਿਰ ਉਹ ਲੈ ਕੇ 2 ਲੇਨਾਂ ਅਸੀਂ ਉੱਥੇ ਮੈਨੂਅਲ ਜਿਹੜੀਆਂ ਇੰਸਟਾਲ ਕੀਤੀਆਂ, ਤੇ ਉੱਥੇ ਫਿਰ ਜਦ ਸ਼ੁਰੂ ਕੀਤਾ 2-4 ਬੱਚਿਆਂ ਨੂੰ, ਆਪਣੇ ਮਿੱਤਰ ਬੇਲੀਆਂ ਦਿਆਂ ਨੂੰ ਕਿਹਾ ਵੀ ਚਲੋ ਤੁਸੀਂ ਸ਼ੂਟਿੰਗ ਸ਼ੁਰੂ ਕਰ ਲਓ। ਉਹਨੇ ਕੀਤੀ। ਫਿਰ ਸਕੂਲ ਦੇ ਵਿੱਚ ਪੜ੍ਹਦਾ ਸੀ ਬੇਟਾ, ਸ਼ਿਵਾਲਿਕ ਸਕੂਲ ਰੋਪੜ। ਫਿਰ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਆਪਣੇ ਹੀ ਇੱਥੇ ਕਿਉਂ ਨਹੀਂ ਸ਼ੂਟਿੰਗ ਰੇਂਜ ਬਣਾ ਲੈਂਦੇ, ਵੀ ਸਾਡੇ ਬੱਚਿਆਂ ਲਈ ਬੈਨੀਫਿਟ ਹੋ ਜਾਊਗਾ। ਚਲੋ ਉਹਨੇ ਜਿਹੜੇ ਉੱਥੇ DPC ਰਜਿੰਦਰ ਕੁਮਾਰ ਜੀ, ਉਹਨੇ ਮੰਨਿਆ ਜੀ ਸਾਡੀ ਗੱਲ, ਤੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਕੇ ਉਹਨੇ
ਸਾਨੂੰ ਏਰੀਆ ਦੇ ਦਿੱਤਾ, ਕਹਿੰਦੇ ਤੁਸੀਂ ਇੱਥੇ ਸ਼ੂਟਿੰਗ ਰੇਂਜ ਬਣਾ ਲਓ। ਏਰੀਆ ਸੀ ਇੱਕ ਆਡੀਟੋਰੀਅਮ ਹੈ ਉਹਨਾਂ ਦਾ, ਆਡੀਟੋਰੀਅਮ ਦੇ ਉੱਪਰ ਜਿਹੜਾ ਸਿਟਿੰਗ ਏਰੀਆ ਉੱਪਰਲਾ ਹੁੰਦਾ ਪੌੜੀਆਂ ਟਾਈਪ ਬਣਿਆ ਹੁੰਦਾ, ਕਹਿੰਦੇ ਤੁਸੀਂ ਇੱਥੇ ਇੰਸਟਾਲ ਕਰ ਲਓ। ਮੈਂ ਵੀ ਇਹ ਤਾਂ ਸਟੈਪ ਬਣੇ, ਅਸੀਂ ਕਿੱਥੇ ਕਰ ਲਈਏ ਇੱਥੇ, ਕਹਿੰਦੇ ਸਾਡੇ ਕੋਲ ਤਾਂ ਆਹੀ ਏਰੀਆ ਜੀ, ਤੁਸੀਂ ਇੱਥੇ ਕਰਨੀ ਕਰ ਲਓ। ਚਲੋ ਸਾਨੂੰ ਵੀ ਸੀ ਵੀ ਚਲੋ ਏਰੀਆ ਇੱਕ ਮਿਲ ਗਿਆ, ਅਸੀਂ ਉੱਥੇ ਆਪਣਾ 2 ਲੇਨਾਂ ਇੰਸਟਾਲ ਕੀਤੀਆਂ ਪਹਿਲਾਂ। ਉਹ ਇੰਸਟਾਲ ਕਰਨ ਤੋਂ ਬਾਅਦ ਉੱਥੋਂ ਬੱਚੇ ਸ਼ੁਰੂ ਕੀਤੇ, 2-4 ਬੱਚੇ ਹੋਰ ਸ਼ੁਰੂ ਹੋ ਗਏ, 5-7 ਬਣ ਗਏ ਹੌਲੀ ਹੌਲੀ। ਪਹਿਲੇ ਸਾਲ ਦੇ ਵਿੱਚ ਚਲੋ ਸਟੇਟ ਨੂੰ ਵੀ ਲੈ ਕੇ ਗਏ ਅੰਮ੍ਰਿਤਸਰ, ਤੇ ਚਲੋ ਉੱਥੇ ਮੈਡਲ ਤਾਂ ਕਿਹੜੇ ਬੱਚੇ ਦਾ ਆਉਣਾ ਸੀ, ਹਲਾ ਸਟਾਰਟ ਕੀਤਾ ਸੀ ਅਸੀਂ। ਤੇ ਉਸ ਤੋਂ ਬਾਅਦ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਇਹਨੂੰ ਹੋਰ ਡਿਵੈਲਪ ਕਰੀਏ। ਉਹਨੇ ਚਲੋ 2 ਲੇਨਾਂ ਹੋਰ ਲਾਤੀਆਂ, ਅਗਲੇ ਸਾਲ ਵੀ ਚਲੋ 2 ਲੇਨਾਂ ਹੋਰ ਲਾ ਲਾਂਗੇ ਜੀ। ਪਰ ਬੱਚਿਆਂ ਦੀ ਰਿਕੁਆਇਰਮੈਂਟ ਜੋ ਏਸੀ ਦੀ ਸੀ, 에ਅਰ ਕੰਡੀਸ਼ਨ ਨਹੀਂ ਸੀ ਉਹ, ਤੇ ਖੁੱਲ੍ਹੇ ਹੀ ਸੀ। ਇੱਕ ਉੱਥੇ ਥੱਲੇ ਡਿਸਟਰਬੈਂਸ ਬਹੁਤ ਸੀ ਆਡੀਟੋਰੀਅਮ ਹੋਣ ਕਰਕੇ, ਸ਼ਾਮ ਨੂੰ ਜਿਸ ਤਰ੍ਹਾਂ ਕਈ ਵਾਰ ਕੋਈ ਗਰੁੱਪ ਆ ਜਾਂਦਾ ਸੀ, ਕੋਈ ਪ੍ਰੈਕਟਿਸ ਕਰਨ ਵਾਲੇ ਹੋਰ। ਸੋ ਸਾਨੂੰ ਫਿਰ ਬੜੀ ਦਿੱਕਤ ਮਹਿਸੂਸ ਹੋਣ ਲੱਗੀ ਉੱਥੇ ਵੀ ਸਾਡੀ ਇੱਥੇ ਨਹੀਂ ਗੱਲ ਬਣਨੀ, ਵੀ ਸਾਨੂੰ ਹੋਰ ਅੱਗੇ ਵਧਣਾ ਚਾਹੀਦਾ। 1-2 ਸਾਲ ਤਾਂ ਸਾਨੂੰ ਉੱਥੇ ਸੀ ਕਿਸੇ ਤਰ੍ਹਾਂ ਗੁਜ਼ਾਰੇ। ਗਰਮੀ, ਬੱਚੇ ਵੀ ਗਰਮੀ 'ਚ ਆ ਜਾਂਦੇ ਸੀ, ਉਦੋਂ ਬੱਚੇ ਵੀ ਹਲਾ ਓਪਨ ਸਾਈਟ ਵਾਲੇ ਸੀ ਸਾਡੇ ਜਾਂ ਪਿਸਟਲ ਵਾਲੇ ਸੀ। ਜਦੋਂ ਵੇਖਿਆ ਵੀ ਇਹ ਸਾਨੂੰ ਵਧੀਆ ਹੋਰ ਕਰਨਾ ਪਊਗਾ, ਫਿਰ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਨਾਲ ਵੀ ਗੱਲ ਕੀਤੀ, ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਤਿਆਰ ਕਰੋ। ਇਨ ਬਿਟਵੀਨ ਮੇਰਾ ਬੇਟਾ ਜਿਹੜਾ ਉਹ 10ਵੀਂ ਪਾਸ ਆਊਟ ਹੋ ਗਿਆ, ਤੇ ਮੈਂ ਇੱਥੇ ਉਹਨੂੰ ਆਪਣੇ ਸਕੂਲ 'ਚ ਦਾਖਲ ਕਰਵਾ ਲਿਆ। ਜਦੋਂ ਇੱਥੇ ਦਾਖਲ ਕੀਤਾ ਤਾਂ ਅਸੀਂ ਇੱਕ ਇੱਥੇ ਛੋਟੀ ਜੀ ਇੱਕ ਲੇਨ ਉਹਦੇ ਵਾਸਤੇ ਲਾਤੀ, ਖੁੱਲ੍ਹਾ ਵਰਾਂਡਾ ਸੀ ਇਹ ਉਸ ਟਾਈਮ। ਜਿਹੜੀ ਅੱਜ ਸ਼ੂਟਿੰਗ ਰੇਂਜ ਬਣ ਗਈ, ਉਦੋਂ ਹੀ ਖੁੱਲ੍ਹਾ ਹੀ ਇੱਕ ਵਰਾਂਡਾ ਹੁੰਦਾ ਸੀ। ਇੱਕ ਲੇਨ ਲਾ ਕੇ ਉਹਨੂੰ ਪ੍ਰੈਕਟਿਸ ਕਰਾਉਣੀ ਸ਼ੁਰੂ ਕਰ ਦਿੱਤੀ। ਚਲੋ ਉਹਦੀ ਜਿਹੜੀ ਇੱਥੇ ਦੀ ਪ੍ਰੈਕਟਿਸ ਸੀ, ਸ਼ਾਮ ਨੂੰ ਜਿਹੜੀ ਉੱਥੇ ਜਾ ਕੇ ਪ੍ਰੈਕਟਿਸ ਕਰ ਲੈਣੀ ਰੋਪੜ, ਉਹਦੇ ਨਾਲ ਉਹਦੀ ਇੰਨੀ ਮਿਹਨਤ ਹੋ ਗਈ ਵੀ ਉਹਦਾ ਪਹਿਲੇ ਸਾਲ ਉਸੇ +1 'ਚ ਸਟੇਟ ਦਾ ਗੋਲਡ ਮੈਡਲ, ਨੈਸ਼ਨਲ ਗੋਲਡ ਮੈਡਲ। ਜੇ ਆਪਾਂ ਕਹਿ ਲਈਏ ਵੀ ਜੇ ਸ਼ੂਟਿੰਗ ਸ਼ੁਰੂ ਹੋਈ ਰੋਪੜ 'ਚ ਤਾਂ ਉਹ ਅਰਸ਼ਦੀਪ ਬੰਗਾ ਹੈ ਬੇਟਾ, ਜਿਸ ਨੂੰ ਲੈ ਕੇ ਇੱਕ ਨੂੰ ਅਸੀਂ ਸ਼ੁਰੂ ਕੀਤਾ ਸੀ। ਅੱਜ ਉਹ ਜਿਹੜਾ ਬੂਟਾ ਲਾਇਆ ਸੀ, ਅੱਜ ਲਗਭਗ 50 ਸ਼ੂਟਰ ਸਾਡੇ ਇਸ ਬੂਟੇ ਨੂੰ ਫਲ ਲੱਗ ਚੁੱਕੇ ਨੇ। ਤੇ ਫਲ ਵੀ ਕਿਸ ਤਰ੍ਹਾਂ ਦੇ, ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ। ਈਵਨ ਕਿ ਸਾਡੇ 2 ਬੱਚੇ ਤਾਂ ਇੰਟਰਨੈਸ਼ਨਲ ਜਿਹੜੇ ਆ ਮੈਡਲਿਸਟ ਨੇ, ਤੇ ਨੈਸ਼ਨਲ ਲੈਵਲ ਤੇ ਤਾਂ ਕਈ ਬੱਚਿਆਂ ਦੀਆਂ ਪ੍ਰਾਪਤੀਆਂ ਨੇ ਸਾਡੀਆਂ। ਜਿਹੜੀ ਤਾਂ ਸ਼ੂਟਿੰਗ ਰੇਂਜ ਹੈ ਜਿਹੜੀ ਝੱਲੀਆਂ ਸਕੂਲ ਦੇ ਵਿੱਚ ਬਣਾਈ ਆ, ਇਹਦੇ ਲਈ ਸਰਕਾਰ ਦਾ ਜੇ ਆਪਾਂ ਰੋਲ ਕਹੀਏ ਤਾਂ ਸਾਡਾ ਤਾਂ ਫਿਲਹਾਲ ਪਿੰਡ ਦੇ ਦਾਨੀ ਸੱਜਣਾ ਦਾ, ਜਿਵੇਂ ਕਿਸੇ ਨੂੰ ਕਹਿਤਾ ਵੀ ਏਸੀ ਲਾਣਾ ਜੀ ਅਸੀਂ ਇੱਥੇ, ਅੱਛਾ ਜੀ ਏਸੀ ਲਓ ਜੀ ਮੇਰੇ ਵੱਲ। ਤੇ ਪ੍ਰਧਾਨ ਜੀ ਹੈ ਸਾਡੇ ਇੱਥੇ, ਉਹਨਾਂ ਨੇ ਜਦ ਏਸੀ ਹਲਾ ਇਹ ਕਮਰਾ ਤਿਆਰ ਨਹੀਂ ਕੀਤਾ ਸੀ, ਜਾਨੂੰ ਏਸੀ ਆ ਕੇ ਸਾਡੇ ਕੋਲ ਪਹਿਲਾਂ ਹੀ ਪਿਆ ਸੀ। ਤੇ ਜਿਹੜੀਆਂ ਇਹ ਪੁਲੀਆਂ ਵੀ ਲਾਈਆਂ ਅਸੀਂ, ਇਹ ਵੀ 2 ਅਸੀਂ ਆਪਣੇ ਲੈ ਕੇ, ਬਾਕੀ ਕਿਸੇ ਪੇਰੈਂਟਸ ਨੇ ਕਿਸੇ ਨੇ ਦੇ ਦਿੱਤੀਆਂ ਵੀ ਆਹ ਮੇਰੇ ਵੱਲ ਤੇ ਲਾ ਦਿਓ ਜੀ। ਖੁਸ਼ੀ ਸੈਣੀ ਦੇ ਪੇਰੈਂਟਸ ਹੈ, ਇੱਕ ਉਹਨੇ ਦੇ ਦਿੱਤੀ ਵੀ ਤੁਸੀਂ ਲਾ ਲਓ ਜੀ, ਆ ਜਿਹੜੀ ਘਰੀ ਰੱਖੀ ਵੀ ਤੀ ਨਹੀਂ ਵੀ ਚਲੋ ਹੁਣ ਬੱਚੇ ਜਾਂ ਉੱਥੇ ਚਲੇ ਗਏ ਤਾਂ ਆਪਾਂ ਉਹਨੇ ਵੀ ਸਾਥ ਦਿੱਤਾ ਪੇਰੈਂਟਸ ਨੇ ਵੀ। ਤੇ ਅੱਜ ਕਰਕੇ ਕਾਫੀ ਸਾਡਾ ਵਧੀਆ ਜਿਹੜਾ ਹੈਗਾ ਸੈਟਅਪ, ਇਹਨੂੰ ਬੇਸਿਕ ਹੀ ਕਹਿ ਸਕਦੇ ਆਪਾਂ, ਇਹਨੂੰ ਇਹ ਨਹੀਂ ਸਮਝ ਸਕਦੇ ਵੀ ਇਹ ਬਹੁਤ ਇੰਟਰਨੈਸ਼ਨਲ ਲੈਵਲ ਦੀ ਰੇਂਜ ਬਣ ਗਈ ਸਾਡੀ। ਇਹ ਸਿਰਫ ਇੱਕ ਬੇਸਿਕ ਹੈ ਵੀ ਬੱਚਿਆਂ ਨੂੰ ਬੇਸਿਕ ਜਿਹੜੀ ਨੌਲੇਜ ਹੈ ਉਹ ਇੱਥੇ ਦਿੱਤੀ ਜਾ ਸਕਦੀ। ਲੇਕਿਨ ਜੇ ਕਹੀਏ ਵੀ ਸਾਡੇ ਜਿਹੜੇ ਬੱਚੇ ਇੰਟਰਨੈਸ਼ਨਲ ਵੀ ਹੋਏ ਜਾਂ ਇੰਡੀਅਨ ਸਕੁਆਡ 'ਚ ਵੀ ਇਸ ਵੇਲੇ ਹੈ 2 ਬੱਚੇ, ਅਰਸ਼ਦੀਪ ਕੌਰ ਤੇ ਅਰਸ਼ਦੀਪ ਬੰਗਾ, ਉਹ ਨਾਲ ਲੱਗਦੀ ਜਿਹੜੀ ਸਾਨੂੰ ਸ਼ਾਮ ਨੂੰ ਪ੍ਰੈਕਟਿਸ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ 'ਚ ਕਰਦੇ ਆ ਰੋਪੜ, ਉਹਦੀ ਬਦੌਲਤ ਹੈ ਵੀ ਉੱਥੇ ਸਾਡੇ ਕੋਲ 2 ਜਿਹੜੇ ਇੰਟਰਨੈਸ਼ਨਲ ਟਾਰਗੇਟ ਲੱਗੇ ਹੋਏ ਨੇ, ਉਹਦੀ ਬਦੌਲਤ ਹੈ ਵੀ ਅਸੀਂ ਇੱਥੇ ਤੱਕ ਪਹੁੰਚ ਸਕੇ। ਤੇ ਇਸ ਦੇ ਨਾਲ ਹੀ ਮੈਂ ਇਹ ਵੀ ਦੱਸਦਾ, ਅਸੀਂ 2 ਸਾਲ ਲਗਾਤਾਰ ਸਕੂਲ ਸਟੇਟ ਗੇਮਸ ਕਰਾਈਆਂ ਰੋਪੜ 'ਚ। ਫਿਰ ਜਦੋਂ ਸਾਡਾ ਇਨਫਰਾਸਟ੍ਰਕਚਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ 'ਚ ਬਣ ਗਿਆ, ਸਾਨੂੰ ਫਿਰ 2 ਸਾਲ ਜਿਹੜਾ ਮੌਕਾ ਦਿੱਤਾ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਨੇ ਵੀ ਤੁਸੀਂ ਸਕੂਲ ਦੀਆਂ ਸਟੇਟ ਖੇਡਾਂ ਕਰਾਓ। ਅਸੀਂ 2 ਸਾਲ ਲਗਾਤਾਰ, ਪਿਛਲੇ 2 ਸਾਲ ਜਾਣੀ ਕਿ ਸਫਲਤਾਪੂਰਵਕ 2 ਸਾਲ ਜਿਹੜੀਆਂ ਖੇਡਾਂ ਕਰਵਾਈਆਂ। ਤੇ ਇੱਕ ਫਿਰ ਰਿਜ਼ਲਟ ਜੇ ਆਣੇ ਸ਼ੁਰੂ ਹੋਏ ਤੇ ਉਹ ਤੋਂ ਬਾਅਦ ਨੇ, ਉਸ ਤੋਂ ਪਹਿਲਾਂ ਤਾਂ ਸਿਰਫ ਦੂਰ ਦਰਾਡੇ ਹੀ ਮੈਚ ਹੁੰਦੇ ਸੀ, ਕਦੇ ਅੰਮ੍ਰਿਤਸਰ, ਕਦੇ ਮੁਕਤਸਰ, ਤੇ ਕਦੇ ਲੋਕਲ ਕਿਸੇ ਬੱਚੇ ਨੂੰ ਪਤਾ ਨਹੀਂ ਸੀ। ਇਹੀ 2-3 ਏਰੀਏ ਦੀ ਪਤਾ ਸੀ ਸਾਰਿਆਂ ਨੂੰ ਵੀ ਇੱਥੇ ਹੁੰਦੇ ਮੈਚ। ਤੇ ਉਹ ਪੇਰੈਂਟਸ ਵੀ ਕਾਫੀ ਖੁਸ਼ ਰਹੇ ਸਾਡੇ ਕੋਲ 2 ਸਾਲ। ਔਰ ਇਸ ਸਾਲ ਵੀ ਜੋ ਸਪੋਰਟਸ ਆਪਣਾ ਐਜੂਕੇਸ਼ਨ ਡਿਪਾਰਟਮੈਂਟ ਹੈ, ਉਹਨੇ ਸਾਨੂੰ ਅੰਡਰ-17 ਤੇ ਅੰਡਰ-19 ਇਸ ਸਾਲ ਵੀ ਸਾਨੂੰ ਅਲਾਟ ਕੀਤੀਆਂ ਨੇ। ਹੁਣ ਉਹ ਹੁੰਦੀਆਂ ਕਿ ਨਹੀਂ ਹੁੰਦੀਆਂ ਇਹ ਹੁਣ ਚਲੋ ਸਮਾਂ ਹੀ ਦੱਸੇਗਾ। ਲੇਕਿਨ ਇਸ ਸਾਲ ਵੀ ਜਿਹੜੀਆਂ ਸਟੇਟ ਖੇਡਾਂ ਹੈ ਉਹ ਸਾਡੇ ਰੋਪੜ ਲਈ ਜਿਹੜੀਆਂ ਅਲਾਟ ਕੀਤੀਆਂ ਗਈਆਂ ਸਿੱਖਿਆ ਵਿਭਾਗ ਵੱਲੋਂ। ਸੱਚ ਪੁੱਛੋ ਤਾਂ ਇਹ ਤਾਂ ਭਾਗ ਹੀ ਹੁੰਦੇ ਧਰਤੀ ਦੇ, ਜਿਹਨੂੰ ਭਾਗ ਲੱਗਣੇ ਹੁੰਦੇ ਧਰਤੀ ਨੂੰ ਉੱਥੇ ਭਾਗ ਲੱਗ ਜਾਂਦੇ। ਤੇ ਬਾਕੀ ਇਹਨਾਂ ਬੱਚਿਆਂ ਦਾ ਵਿਸ਼ਵਾਸ ਹੈ ਸਾਡੇ ਸਕੂਲ ਦੇ ਵਿੱਚ, ਸਾਡੇ ਸਕੂਲ ਦੇ ਸਟਾਫ 'ਚ, ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਜੋ ਰਜਿੰਦਰ ਸਿੰਘ ਜੀ, ਉਹਨਾਂ 'ਚ ਜਾਂ ਮੇਰੇ 'ਚ ਕਹਿ ਲਓ ਵੀ ਮੈਂ ਕੋਚਿੰਗ ਸ਼ਾਮ ਨੂੰ ਵੀ ਅਕੈਡਮੀ ਜਾ ਕੇ ਮੈਂ ਹੀ ਦਿੰਦਾ। ਤੇ ਇਹਨਾਂ ਨੂੰ ਇਹ ਲੱਗਿਆ ਵੀ ਅਸੀਂ ਦਿਨੇ ਵੀ ਕਿਉਂ ਨੇ ਇੱਥੇ ਜੁਆਇਨ ਕਰ ਜਾਈਏ, ਵੀ ਦਿਨਾਂ ਨੂੰ ਵੀ ਪ੍ਰੈਕਟਿਸ ਕਰੀਏ ਤੇ ਸ਼ਾਮ ਨੂੰ ਵੀ ਪ੍ਰੈਕਟਿਸ ਕਰੀਏ।
ਸੋ 2 ਟਾਈਮ ਪ੍ਰੈਕਟਿਸ ਮਿਲਣ ਦੇ ਨਾਲ ਬਹੁਤ ਫਾਇਦਾ ਇਹਨਾਂ ਬੱਚਿਆਂ ਦਾ ਵੀ ਹੋਇਆ ਤੇ ਇਹਦਾ ਇਹੀ ਬਦੌਲਤ ਹੈ ਜੋ ਪਿਛਲੇ ਸਾਲ ਸਾਡੇ ਕੋਲ ਬੱਚੀਆਂ ਦੋਹੇ ਆਈਆਂ ਸੀ। +1 'ਚ ਜੈਸਮੀਨ ਆਈ ਸੀ ਤੇ ਉਸੇ ਸਾਲ 10ਵੀਂ 'ਚ ਖੁਸ਼ੀ ਸੈਣੀ ਆਈ ਸੀ ਤੇ ਉਹਨਾਂ ਦੋਹਾਂ ਨੇ ਪੂਰੀ ਮਿਹਨਤ ਕੀਤੀ ਤੇ ਉਸ ਮਿਹਨਤ ਦਾ ਨਤੀਜਾ ਹੈ ਵੀ ਜਿਹੜੇ 5-4 ਘੰਟੇ ਇੱਥੇ ਲਾਉਂਦੀਆਂ ਸੀ 3-4 ਘੰਟੇ ਉੱਥੇ ਲਾਉਂਦੀਆਂ ਸੀ ਉਹਦਾ ਮਿਹਨਤ ਦਾ ਨਤੀਜਾ ਵੀ ਅੱਜ ਉਹ ਇੰਟਰਨੈਸ਼ਨਲ ਮੈਡਲਿਸਟ ਨੇ ਜਿਹੜੀਆਂ ਦੋਹਾ ਕਤਰ ਵਿਖੇ ਗਈਆਂ 14th ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਹੋਈ ਹੈ ਉਹਦੇ ਵਿੱਚ ਜੈਸਮੀਨ 골ਡ ਮੈਡਲ ਲੈ ਕੇ ਆਈ। ਇੰਡੀਵਿਜੂਅਲ ਮੈਡਲ ਲੈਣਾ ਬਹੁਤ ਔਖਾ, ਟੀਮ ਦਾ ਮੈਡਲ ਤਾਂ ਸਾਰੇ ਲਿਆਂਦੇ ਤੇ ਖੁਸ਼ੀ ਆਪਣੇ ਵੱਖ-ਵੱਖ ਈਵੈਂਟ ਤੇ ਦੋਨਾਂ ਦੇ ਜੈਸਮੀਨ ਯੂਥ ਕੈਟਾਗਰੀ ਸੀ ਤੇ ਜਿਹੜੀ ਖੁਸ਼ੀ ਸੀ ਉਹ ਜੂਨੀਅਰ ਕੈਟਾਗਰੀ ਸੀ। ਜੂਨੀਅਰ ਕੈਟਾਗਰੀ 'ਚ ਉਹਨਾਂ ਬ੍ਰੌਂਜ਼ ਮੈਡਲ ਲਿਆ। ਸੋ ਬਾਕੀ ਟਫ ਫਾਈਟ ਕਰਕੇ ਆਈਆਂ ਤੇ ਇੰਡੀਆ ਦੇ ਵਿੱਚ ਜਿਹੜੇ ਟੌਪ ਸ਼ੂਟਰ ਗਏ ਤੇ ਉਹਨਾਂ ਨੂੰ ਉੱਥੇ ਆਪਣੇ ਸ਼ੂਟਰਾਂ ਨੂੰ ਵੀ ਬੀਟ ਕੀਤਾ। ਜਿਹੜੇ ਇਹਨਾਂ ਦੇ ਸੀਨੀਅਰ ਸ਼ੂਟਰ ਤੇ ਇਹਨਾਂ ਦੇ ਨਾਲ ਗਏ ਹੋਏ ਤੇ ਇਹਨਾਂ ਦੇ ਸੀਨੀਅਰ ਸ਼ੂਟਰ ਉਹਨਾਂ ਨੂੰ ਵੀ ਬੀਟ ਕੀਤਾ ਨਹੀਂ ਉੱਥੇ ਕਿਉਂਕਿ ਉਹਨਾਂ ਦੀ ਕੋਈ ਪੋਜੀਸ਼ਨ ਨਹੀਂ, ਇਹਨਾਂ ਦੋਹਾਂ ਦੀ ਪੋਜੀਸ਼ਨ ਇੰਡੀਵਿਜੂਅਲ ਆਈ ਤੇ ਉਹ ਸਿਰਫ ਟੀਮ ਦਾ ਮੈਡਲ ਲੈ ਕੇ ਆਈਆਂ। ਇਹਨਾਂ ਨੇ ਟੀਮ ਦਾ ਮੈਡਲ ਦਵਾਇਆ ਉਹਨਾਂ ਨੂੰ, ਇੱਕ ਤਰ੍ਹਾਂ ਦਾ ਕਹਿ ਲਈਏ ਆਪਾਂ। ਸੋ ਇਸ ਤੱਕ ਕਰਕੇ ਸਾਨੂੰ ਲੱਗਦਾ ਵੀ ਹਾਂ ਇਸ ਧਰਤੀ ਦੇ ਭਾਗ ਹੀ ਕਹੀਏ। ਗਿਆਨੀ ਦਿੱਤ ਸਿੰਘ ਜੀ ਦਾ ਜਨਮ ਸਥਾਨ ਪਿੰਡ ਹੈ, ਸੋ ਲੱਗਦਾ ਹੈ ਵੀ ਉਹਨਾਂ ਕਰਕੇ ਵੀ ਹੋ ਸਕਦਾ ਇਸ ਧਰਤੀ ਨੂੰ ਭਾਗ ਲੱਗੇ ਹੋਣ ਤੇ ਨਾਲ ਗੁਰਦੁਆਰਾ ਸਾਹਿਬ ਬਿਲਕੁਲ ਕੰਧ ਜਿਹੜੀ ਸਾਡੀ ਸ਼ੂਟਿੰਗ ਰੇਂਜ ਦੀ ਆ ਉਹ ਗੁਰਦੁਆਰਾ ਸਾਹਿਬ ਨਾਲ ਲੱਗਦੀ, ਕਿਆ ਪਤਾ ਉੱਧਰ ਤੇ ਵੀ ਸਾਡੀਆਂ ਭਾਵਨਾਵਾਂ ਹੀ ਹੁੰਦੀਆਂ ਸਾਡੀਆਂ। ਸੋ ਹੋ ਸਕਦਾ ਉਹਨਾਂ ਕਰਕੇ ਵੀ ਹੈ। ਤਾਂ ਬੱਚੇ ਤਾਂ ਸਾਰੇ ਮਿਹਨਤੀ ਹੁੰਦੇ, ਉਹ ਚਾਹੇ ਪ੍ਰਾਈਵੇਟ ਸਕੂਲ ਹੈ, ਚਾਹੇ ਕਨਵੈਂਟ ਸਕੂਲ ਹੈ, ਚਾਹੇ ਸਰਕਾਰੀ ਸਕੂਲ। ਗੱਲ ਹੈ ਉਹਨਾਂ ਨੂੰ ਸਾਧਨ ਦੇਣ ਦੀ। ਉਹਨਾਂ ਸਕੂਲਾਂ ਨੇ ਸਾਧਨ ਨਹੀਂ ਦਿੱਤੇ ਉਹਨਾਂ ਬੱਚਿਆਂ ਨੂੰ, ਉਹ ਬੱਚੇ ਉੱਥੋਂ ਹਟ ਕੇ ਸਾਡੇ ਕੋਲ ਨੂੰ ਆ ਗਏ। ਅਸੀਂ ਸਾਧਨ ਦਿੱਤੇ ਤੇ ਮੌਕਾ ਵੀ ਦਿੱਤਾ ਔਰ ਬੱਚਿਆਂ ਨੂੰ ਕੋਆਪਰੇਟ ਵੀ ਕਰ ਰਹੇ। ਸਾਡੇ ਲੈਕਚਰਰ ਸਾਹਿਬਾਨ ਵੀ ਕੋਆਪਰੇਟ ਕਰ ਰਹੇ, ਮਾਸਟਰ ਸਾਹਿਬਾਨ ਵੀ ਕੋਆਪਰੇਟ ਕਰ ਰਹੇ ਵੀ ਜੇ ਉਹ ਪ੍ਰੈਕਟਿਸ ਕਰਦੇ ਤਾਂ ਉਹਨਾਂ ਦਾ ਜਿਹੜਾ ਟਾਈਮ ਇੱਧਰ ਯੂਜ਼ ਹੁੰਦਾ ਹੈ ਪ੍ਰੈਕਟਿਸ ਵਾਸਤੇ ਤੇ ਉਹ ਉੱਧਰ ਵੀ ਉਹਨਾਂ ਨੂੰ ਮੋਟੀਵੇਟ ਕਰਦੇ, ਪੜ੍ਹਾਈ ਵਿੱਚ ਵੀ ਪੂਰਾ ਸਾਥ ਦਿੰਦੇ। ਤੇ ਮੋਰਓਵਰ ਸਾਡੀਆਂ ਜਿੰਨੇ ਸ਼ੂਟਿੰਗ ਦੇ ਪਲੇਅਰ ਹੈ, ਖਾਸ ਕਰਕੇ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਰੇ ਕਲਾਸ ਟੌਪਰ ਹੈ। ਸਾਨੂੰ ਇਸ ਕਰਕੇ ਵੀ ਬਹੁਤਾ ਮਾਣ ਹੈ ਇਹਨਾਂ ਪਰ ਵੀ ਇਹ ਕਲਾਸ ਦੇ ਵਿੱਚ ਵੀ ਇਹ ਨਹੀਂ ਕਹਿ ਸਕਦੇ ਆਪਾਂ ਵੀ ਸਾਡੇ ਬੱਚੇ ਜਿਹੜੇ ਖੇਡਣ ਵਾਲੇ ਬੱਚੇ, ਆਮ ਕਰਕੇ ਧਾਰਨਾ ਬਣੀ ਹੁੰਦੀ ਨਾ ਵੀ ਜਿਹੜੇ ਖੇਡਣ ਵਾਲੇ ਬੱਚੇ ਹੁੰਦੇ ਆ ਉਹ ਪੜ੍ਹਾਈ 'ਚ ਕਮਜ਼ੋਰ ਹੁੰਦੇ, ਇਹ ਆਮ ਧਾਰਨਾ ਹੈ। ਉਹ ਆਮ ਧਾਰਨਾ ਕਿਉਂ ਹੈ ਬਣੀ ਵੀ ਉਹ ਸਾਡੀਆਂ ਜਿਹੜੀਆਂ ਗੇਮਾਂ ਸਾਡੀਆਂ ਪਿੰਡਾਂ ਦੇ ਵਿੱਚ ਚੱਲਦੀਆਂ, ਉਹਨਾਂ ਪਿੰਡਾਂ ਦੇ ਗੇਮਾਂ ਨੇ ਸਾਨੂੰ ਇੱਦਾਂ ਦਾ ਬਣਾਤਾ ਵੀ ਧਾਰਨਾ ਹੀ ਬਣ ਗਈ ਵੀ ਜਿਹੜੇ ਖੇਡਣ ਵਾਲੇ ਬੱਚੇ ਆ ਉਹ ਪੜ੍ਹਾਈ 'ਚ ਕਮਜ਼ੋਰ ਹੁੰਦੇ, ਪਰ ਸਾਡੇ ਸਾਰੇ ਟੌਪਰ ਹੈ। ਸੋ ਬਾਕੀ ਜਿਹੜੀ ਇਹ ਗੇਮ ਹੈ ਇਹ ਜ਼ਿਆਦਾ ਕੰਸਨਟ੍ਰੇਸ਼ਨ ਲੈਵਲ ਦੀ ਗੇਮ ਹੈ, ਇਹ ਜ਼ਿਆਦਾ ਤਸੱਲੀ ਨਾਲ ਖੜਨ ਦੀ ਗੇਮ ਹੈ। ਇਹ 2-2 3-3 ਘੰਟੇ ਇੱਥੇ ਰੇਂਜ ਦੇ ਵਿੱਚ ਖੜਨ ਦੀ, ਗੂੰਗੇ ਬਣ ਕੇ ਖੜਨ ਦੀ ਗੇਮ ਹੈ। ਜੇ ਮੈਂ ਕਹਾਂ ਨਾ ਗੂੰਗੇ ਬਣ ਕੇ ਖੜਨ ਦੀ ਗੇਮ ਹੈ, ਜ਼ਿਆਦਾ ਵਧੀਆ ਹੈ। ਮੁੰਡੇ ਗੂੰਗੇ ਬਣ ਨਹੀਂ ਸਕਦੇ, ਬਹੁਤ ਘੱਟ ਮੁੰਡੇ ਆ ਜਿਹੜੇ ਗੂੰਗੇ ਬਣ ਸਕਦੇ। ਮੁੰਡੇ ਤੇ ਟਿਕਾ ਹੁੰਦਾ ਨਹੀਂ, ਇੱਧਰ ਸ਼ਰਾਰਤ ਕਰ ਉੱਧਰ ਸ਼ਰਾਰਤ ਕਰ। ਇਸ ਕਰਕੇ ਅਸੀਂ ਕੋਸ਼ਿਸ਼ ਤਾਂ ਕਰ ਰਹੇ। ਸਾਡੇ ਕੋਲ ਵੀ 2-3 ਮੁੰਡੇ ਹੁਣ ਸਨਾਵਰ ਸਕੂਲ ਤੋਂ ਬੱਚਾ ਇੱਕ ਹਟ ਕੇ ਆਇਆ +1 ਸਾਡੇ ਕੋਲ, ਸਿਰਫ ਸ਼ੂਟਿੰਗ ਕਰਕੇ ਆਇਆ। ਉਹ ਨਜ਼ਦੀਕੀ ਕਸਬੇ ਦਾ ਚਮਕੌਰ ਸਾਹਿਬ ਦਾ ਬੱਚਾ ਆਇਆ, ਉਹ ਸਿਰਫ ਸ਼ੂਟਿੰਗ ਕਰਕੇ ਆਇਆ। ਉਹ ਬੇਟਾ ਹੈਗਾ ਹੈ ਜਸਕੀਰਤ ਹੈ ਸੀ, ਉਹ ਤੋਂ ਪਹਿਲਾਂ ਬੇਟਾ ਮੇਰਾ ਖੁਦ ਇੱਥੇ ਪੜ੍ਹਦਾ ਰਿਹਾ ਕਰਦਾ ਰਿਹਾ। ਇੱਕ ਹੁਣ ਬੇਟਾ ਇੱਕ 6ਵੀਂ ਦਾ ਹੈ, ਉਹਨੂੰ ਸ਼ੁਰੂ ਕੀਤੀ ਹੈ, ਇਸ ਪਿੰਡ ਦਾ ਹੀ ਆ, ਉਹ ਤਾਂ ਝੱਲੀਆਂ ਕਲਾਂ ਦੀ ਵਸਨੀਕ ਹੈ। ਤੇ 2-3 ਲੜਕੀਆਂ 3 ਸ਼ੁਰੂ ਕੀਤੀਆਂ ਹੋਰ, ਪਰ ਲੜਕੀਆਂ ਜ਼ਿਆਦਾ ਇਸ ਗੇਮ ਦੇ ਵਿੱਚ ਇਸ ਕਰਕੇ ਜੁੜ ਰਹੀਆਂ। ਇੱਕ ਤਾਂ ਥੋੜ੍ਹਾ ਜਿਹਾ ਮੈਂ ਸਖਤ ਵੀ ਕਹਿ ਸਕਦੇ ਵੀ ਹੈਗਾ ਹੈ ਵੀ ਜਦੋਂ ਮੈਂ ਕਰਵਾਉਂਦਾ ਮਿਹਨਤ ਤਾਂ ਫਿਰ ਖਿੱਚ ਕੇ ਤਾਂ ਰੱਖਦਾ। ਸੋ ਮੇਰਾ ਜਿਹੜਾ ਉਹ ਸਖਤੀ ਵਾਲਾ ਲੈਵਲ ਆ ਉਹ ਜਿੱਤੋਂ ਸਹਾਰ ਹੁੰਦਾ ਉਹੀ ਖੜ ਸਕਦਾ। ਤੇ ਮੁੰਡਿਆਂ ਦਾ ਥੋੜ੍ਹਾ ਝੁਕਾਅ ਹੋਰ ਜਿਹੜੇ ਆਊਟਡੋਰ ਗੇਮਸ ਆ ਉਹਨਾਂ ਵਿੱਚ ਜ਼ਿਆਦਾ ਹੁੰਦਾ, ਇਨਡੋਰ ਗੇਮਸ ਦੇ ਵਿੱਚ ਥੋੜ੍ਹਾ ਜਿਹਾ ਮੁੰਡੇ ਘੱਟ ਹੀ ਟਿਕ ਪਾਉਂਦੇ। ਪਿੱਛਾ ਜਿਹਾ ਇੱਕ ਪਤਾ ਲੱਗਿਆ ਸੀ, ਕੋਈ ਲੜਕੀ ਪਟਿਆਲੇ ਪਹੁੰਚੀ ਮੱਧ ਪ੍ਰਦੇਸ਼ ਤੋਂ, ਇਹ ਲੱਭਦੀ ਵੀ ਜਿੱਥੇ ਜੈਸਮੀਨ ਤੇ ਖੁਸ਼ੀ ਪ੍ਰੈਕਟਿਸ ਕਰਦੀਆਂ ਅਸੀਂ ਉੱਥੇ ਪ੍ਰੈਕਟਿਸ ਕਰਨੀ, ਵੀ ਉਹ ਕੀ ਪ੍ਰੈਕਟਿਸ ਕਰਦੀ। ਤੇ ਫਿਰ ਉਹ ਜਿੱਥੇ ਪਹੁੰਚੀ ਪਟਿਆਲੇ ਤੇ ਉਹ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇੱਦਾਂ ਕਰਕੇ ਭਾਈ ਤੁਹਾਨੂੰ ਲੱਭਦੇ ਆਏ ਬੱਚੇ ਕੋਈ, ਵੀ ਚਲੋ ਤੁਸੀਂ ਇਹਨੂੰ ਸ਼ਡਿਊਲ ਜ਼ਰੂਰ ਦੱਸ ਦਿਓ। ਗਿਆ ਮੈਂ ਸ਼ਡਿਊਲ ਕਿਹਾ ਸਵੇਰ ਤੇ ਸ਼ਾਮ ਤੱਕ ਖੜਾ ਰੱਖੀ ਤਾਂ ਸ਼ਡਿਊਲ ਹੈ ਸਾਡਾ, ਵੀ ਸਾਡਾ ਤਾਂ ਮਿਹਨਤ ਹੈ, ਬੱਚਾ ਮਿਹਨਤ ਕਰਦਾ ਔਰ ਪੇਰੈਂਟਸ ਸਾਥ ਦਿੰਦੇ ਸਾਡਾ, ਇਸ ਕਰਕੇ ਲੱਗੇ ਹੋਏ ਜੀ। ਵੇਖੋ ਕੋਸ਼ਿਸ਼ ਤਾਂ ਅਸੀਂ ਕਰਦੇ ਹੀ ਰਹਿੰਦੇ ਕਿਉਂਕਿ ਮੇਰੀ ਆਦਤ ਹੈ, ਮੈਂ ਜਦ 0 ਤੇ ਸ਼ੁਰੂ ਕੀਤੀ ਵੀ ਜਿਹੜੀ ਚੀਜ਼ ਉਹ ਖੁਸ਼ੀ ਤਾਂ ਹੁੰਦੀ ਹੈ ਵੀ ਜੇ ਹੋਰ ਵਧੀਆ ਬਣ ਸਕੇ ਤਾਂ ਜ਼ਿਆਦਾ ਬਿਹਤਰ ਹੈ। ਸਾਡਾ ਜੇ ਸਕੂਲ ਹੋਰ ਜ਼ਿਆਦਾ ਵਧੀਆ ਹੋ ਜਾਵੇ ਤਾਂ ਹੋ ਸਕਦਾ ਇੱਥੇ ਭਵਿੱਖ ਦੇ ਓਲੰਪੀਅਨ ਪੈਦਾ ਹੋਣ। ਸੋ ਸਾਨੂੰ ਤਾਂ ਬਹੁਤ ਆਸ ਹੈ ਸਰਕਾਰ ਤੋਂ ਵੀ ਸਾਨੂੰ ਸਹਿਯੋਗ ਮਿਲੂਗਾ। ਹਾਂ ਇੱਕ ਜ਼ਰੂਰ ਹੈਗਾ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਕੀ ਹੈ ਵੀ ਜਿਹੜੇ ਸਪੋਰਟਸ ਦੇ ਇੰਚਾਰਜ ਹੁੰਦੇ ਜ਼ਿਲ੍ਹੇ ਲੈਵਲ ਤੇ ਜਾਂ ਸਟੇਟ ਲੈਵਲ ਤੇ ਹੁੰਦੇ, ਉਹਨਾਂ ਨੂੰ ਇਹ ਲੱਗਦਾ ਵੀ ਸਿਰਫ ਜਿਹੜਾ ਸਪੋਰਟਸ ਟੀਚਰ ਹੈ ਉਹੀ ਗੇਮ ਕਰਾ ਸਕਦਾ, ਹੋਰ ਵਿਸ਼ੇ ਵਾਲਾ ਗੇਮ ਜੇ ਕਰਾਊਗਾ ਤਾਂ ਉਹ ਕਹਿੰਦਾ ਨਾ 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 ਇਹ ਠੀਕ ਨਹੀਂ ਹੈ। ਜਿਸ ਤਰ੍ਹਾਂ ਮੇਰੀ ਉਹ ਗੱਲ ਕਰ ਲਓ, ਮੇਰੀ ਜੇ ਕੋਈ ਡਿਊਟੀ ਆਉਂਦੀ ਹੈ ਤਾਂ ਸਾਡੇ ਡਿਸਟ੍ਰਿਕਟ ਦੇ ਹੈਗੇ 1-2 ਅਫਸਰ ਜਿਹੜੇ ਕਹਿੰਦੇ ਵੀ ਨਹੀਂ ਜੀ ਇਹਦੀ ਡਿਊਟੀ ਅਸੀਂ ਨਹੀਂ ਭੇਜ ਸਕਦੇ ਇਹਨੂੰ। ਜਦੋਂ ਕਿ ਮੈਂ ਖੇਲੋ ਇੰਡੀਆ 'ਚ ਵੀ ਡਿਊਟੀ ਮੇਰੀ ਆਉਂਦੀ ਰਹੀ, ਖੇਲੋ ਇੰਡੀਆ ਦੇ ਉਹਦੇ ਵਿੱਚ ਉੱਥੇ ਅਫੀਸ਼ੀਅਲ ਦੇ ਤੌਰ 'ਤੇ ਵੀ ਸਟੇਟ ਲੈਵਲ 'ਤੇ ਜਿਹੜਾ ਕੋਈ ਕੰਪੀਟੀਸ਼ਨ ਕਰਨਾ ਉਹਦੇ 'ਚ ਆਉਂਦੀ ਰਹਿੰਦੀ ਹੈ ਡਿਊਟੀ ਮੇਰੀ,
पर पता नहीं क्यों सिर्फ स्पोर्ट्स वाले ਜਿਹੜੇ ਟੀਚਰ ਆ ਉਹੀ ਅੱਗੇ ਵਧਾ ਸਕਦੇ ਬੱਚਿਆਂ ਨੂੰ। ਇਹ ਥੋੜਾ ਜਿਹਾ ਮੇਰਾ ਦੁੱਖ ਕਹਿ ਲਓ ਵੀ ਜਾਂ ਕਹਿ ਲਈਏ ਵੀ ਜ਼ਰੂਰ ਰੰਜਿਸ਼ ਉਹ ਹੈਗੀ ਹੈ ਮੇਰੇ ਮਨ 'ਚ ਵੀ ਇਹ ਜਿਹੜਾ ਸਾਡਾ ਸਿਸਟਮ ਹੈ ਚਾਹੇ ਐਜੂਕੇਸ਼ਨ ਡਿਪਾਰਟਮੈਂਟ ਦਾ ਹੀ ਹੈ, ਮੈਂ ਵੀ ਐਜੂਕੇਸ਼ਨ ਡਿਪਾਰਟਮੈਂਟ ਦਾ ਹੀ ਪਾਰਟ ਹਾਂ। ਜੇ ਮੈਂ ਅੱਜ ਮਿਹਨਤ ਕਰਾ ਰਿਹਾ ਤਾਂ ਮੈਂ ਕਰਾ ਰਿਹਾ, ਇਹਦੇ 'ਚ ਤਾਂ ਕੋਈ ਦੋਰਾਮਾ ਹੈ ਨਹੀਂ। ਬੱਚੇ ਦੱਸ ਰਹੇ ਵੀ ਹਾਂ ਮੈਂ ਮਿਹਨਤ ਕਰਾ ਰਿਹਾ ਇਹਨਾਂ ਨੂੰ, ਫਿਰ ਐਜੂਕੇਸ਼ਨ ਡਿਪਾਰਟਮੈਂਟ ਕਿਉਂ ਨਹੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਵੀ ਮੈਂ ਮਿਹਨਤ ਕਰਾ ਰਿਹਾ? ਨਹੀਂ, ਉਹ ਕਹਿੰਦੇ ਨਹੀਂ ਸਪੋਰਟਸ ਵਾਲਾ ਟੀਚਰ ਹੀ ਹੋਣਾ ਚਾਹੀਦਾ, ਉਹ ਪੰਜਾਬੀ ਮਾਸਟਰ ਨਹੀਂ ਹੋ ਸਕਦਾ। ਜਦ ਕਿ ਇਸ ਤੋਂ ਪਹਿਲਾਂ ਚਲੋ ਇਹ ਸ਼ੂਟਿੰਗ ਹੈ ਬੇਟੇ ਕਰਕੇ ਸ਼ੁਰੂ ਕੀਤੀ 2012 'ਚ। 2012 ਤੋਂ ਪਹਿਲਾਂ 2006 ਤੋਂ ਲੈ ਕੇ 2012 ਤੱਕ ਮੈਂ ਕਬੱਡੀ ਦੇ ਵਿੱਚ ਆਪਣੇ ਸਕੂਲ, ਮੇਰਾ ਗਰਲ ਸਕੂਲ ਤਖਤਗੜ੍ਹ ਹੁੰਦਾ ਸੀ, ਮੇਰੇ ਕਬੱਡੀ 'ਚ ਨੈਸ਼ਨਲ ਗੋਲਡ ਮੈਡਲ ਹੈ ਲਗਾਤਾਰ 3-4 ਸਾਲ ਦਾ ਨੈਸ਼ਨਲ ਗੋਲਡ ਮੈਡਲ। ਸਟੇਟ ਕਦੇ ਜਿੱਤਣ ਜਾਂਦੇ ਨਹੀਂ ਸੀ, ਸਟੇਟ ਤਾਂ ਹੀ ਕਹਿੰਦੇ ਹੁੰਦੇ ਕਿ ਇੱਥੇ ਘਰੇ ਬੈਠੇ ਜਿੱਤੇ ਅਸੀਂ ਨੈਸ਼ਨਲ ਟਾਰਗੇਟ ਹੁੰਦਾ ਸੀ ਸਾਡਾ। ਔਰ ਸਾਡੀਆਂ ਕੁੜੀਆਂ ਸਾਰੀਆਂ ਰੇਲਵੇ 'ਚ ਆ, ਉਹ ਕੋਈ ਪੰਜਾਬ ਪੁਲਿਸ 'ਚ ਹੈ, ਕਬੱਡੀ ਅੱਜ ਵੀ ਖੇਡਦੀਆਂ। ਕੋਈ ਜਿਹੜੀ ਉਹ ਚੱਲਦੀ ਹੈ ਲੀਗ ਕਬੱਡੀ ਦੀ, ਪ੍ਰੋ ਕਬੱਡੀ ਲੀਗ, ਉਹਦੇ 'ਚ ਵੀ ਮੋਤੀ ਚੰਦਨ ਮਨਪ੍ਰੀਤ ਕੁੜੀ ਹੁਣ ਵੀ ਖੇਡਦੀ ਹੈ ਮੇਰੀਆਂ, ਉਹ ਮੇਰੇ ਪਿੰਡ ਦੀ ਕੁੜੀ ਹੈ ਮੋਤੀ ਚੰਦਨ। ਬਥੇਰੀ ਮਿਹਨਤ ਕਰਾਈ, ਪਰ ਜਾਣੀ ਕਿ ਜੋ ਉਹ ਮਿਲਣਾ ਚਾਹੀਦਾ ਸਤਿਕਾਰ ਉਹ ਜਿਹੜਾ ਹੈ ਉਹ ਸਪੋਰਟਸ ਵਾਲੇ ਇਹ ਸਮਝਦੇ ਵੀ ਇਹ ਪੰਜਾਬੀ ਮਾਸਟਰ ਕਿਉਂ ਅੱਗੇ ਵਧੀ ਜਾ ਰਿਹਾ। ਇਹ ਜ਼ਰੂਰ ਹੈਗਾ, ਇਹ ਤੁਹਾਡੇ ਚੈਨਲ ਰਾਹੀਂ ਥੋੜ੍ਹਾ ਜਿਹਾ ਮੈਂ ਇਹ ਜ਼ਰੂਰ ਸੁਨੇਹਾ ਦੇਣਾ ਚਾਹੁੰਦਾ ਕਹਿ ਲਈਏ ਬਈ ਜਿਹੜਾ ਵੀ ਅਧਿਆਪਕ ਉਹ ਹੈ ਤਾਂ ਇੱਕ ਸਕੂਲ ਦਾ ਅਧਿਆਪਕ ਹੀ, ਉਹ ਜਿਹੜੇ ਆਪਣੇ ਪੜ੍ਹਾਈ ਦੇ ਨਾਲ ਜੇ ਮੇਰਾ ਆਪਣੇ ਪੰਜਾਬੀ ਦਾ ਰਿਜ਼ਲਟ 100% ਹੈ, ਮੇਰੇ ਬੱਚੇ 80% ਤੋਂ ਉੱਪਰ ਨੰਬਰ ਲੈ ਰਹੇ ਲਗਭਗ, ਜਿੰਨੇ ਕੁ ਬੱਚੇ ਹੁੰਦੇ ਉਹਨਾਂ 'ਚੋਂ 50% ਤੋਂ ਬੱਚੇ ਜ਼ਿਆਦਾ ਬੱਚੇ 80% ਤੋਂ ਉੱਪਰ ਨੰਬਰ ਮੇਰੇ ਪੰਜਾਬੀ 'ਚ ਲੈ ਰਹੇ। ਲਿਖਾਈ ਦੇ ਵਿੱਚ ਮੇਰੇ ਬੱਚੇ ਵਧੀਆ ਪਰਫਾਰਮ ਕਰ ਰਹੇ, ਜੋ ਮੇਰੀ ਅਕੈਡਮਿਕ ਪਰਫਾਰਮੈਂਸ ਹੈ ਜੇ ਮੇਰੀ ਵਧੀਆ ਹੈ ਤੇ ਉਸ ਅਕੈਡਮਿਕ ਪਰਫਾਰਮੈਂਸ ਦੇ ਮੈਂ ਇੱਕ ਹੋਰ ਪਰਫਾਰਮੈਂਸ ਦੇ ਰਿਹਾ, ਫਿਰ ਉਹਨੂੰ ਮੰਨਣ ਨੂੰ ਕਿਉਂ ਨਹੀਂ ਤਿਆਰ? ਇਹ ਥੋੜ੍ਹਾ ਜਿਹਾ ਦੁੱਖ ਹੈਗਾ। ਦੇਖੋ ਜਦੋਂ ਸਟਾਰਟ ਕਰਦੇ ਆਪਾਂ ਤਾਂ ਉਦੋਂ ਇਹ ਮੰਨ ਕੇ ਚਲੋ ਜੇ ਪਿਸਟਲ ਸ਼ੂਟਿੰਗ ਸ਼ੁਰੂ ਕਰਨੀ ਤਾਂ 2 ਲੱਖ ਤੇ ਜੇ ਰਾਈਫਲ ਸ਼ੂਟਿੰਗ ਸ਼ੁਰੂ ਕਰਨੀ ਤਾਂ 4 ਲੱਖ। ਇਹ ਇਨੀਸ਼ੀਅਲ ਕਾਸਟ ਹੈ। ਉਸ ਤੋਂ ਬਾਅਦ ਰੈਕਰਿੰਗ ਖਰਚੇ ਸ਼ੁਰੂ ਹੋ ਜਾਂਦੇ। ਰੈਕਰਿੰਗ ਖਰਚੇ ਹੈ ਜੇ ਕਿਤੇ ਤੁਸੀਂ ਪ੍ਰੈਕਟਿਸ ਦੇ ਖਰਚੇ, ਜੇ ਆਪਾਂ ਪੇਪਰ ਟਾਰਗੇਟ ਲੈਣਾ ਜਾਂ ਰੋਲ ਲੈਣੇ ਜਾਂ ਸ਼ਾਟ ਲੈਣੇ ਜਾਂ ਕੋਈ ਹੋਰ ਖਰਚੇ ਜਿਹੜੇ ਆ ਜਾਂਦੇ, ਉਹ ਰੈਕਰਿੰਗ ਖਰਚੇ ਜੇ ਸ਼ੁਰੂ ਕਰ ਦਈਏ ਤਾਂ ਹੋਰ ਉਹ ਤਾਂ ਵੱਧਦੇ ਹੀ ਰਹਿੰਦੇ। ਤੇ ਜੇ ਵੈਸੇ ਮੰਨ ਕੇ ਚੱਲੀਏ 10-15 ਹਜ਼ਾਰ ਤੋਂ ਘੱਟ ਮੈਨੂੰ ਲੱਗਦਾ ਨਹੀਂ ਕੋਈ ਸ਼ੂਟਰ ਸਾਡਾ ਅੱਜ ਦੀ ਡੇਟ 'ਚ ਮਹੀਨੇ ਦਾ ਲਾਉਂਦਾ ਹੋਊਗਾ। ਹਰੇਕ ਬੱਚਾ ਇਹਨੂੰ 10 ਤੋਂ 15 ਹਜ਼ਾਰ ਦੇ ਵਿੱਚ ਇਸ ਕਾਸਟ ਤੋਂ ਬਿਨਾਂ 2 ਲੱਖ ਤੇ 4 ਲੱਖ ਤੋਂ ਬਿਨਾਂ 10-15 ਹਜ਼ਾਰ ਜਿਹੜਾ ਮਹੀਨੇ ਦਾ ਖਰਚਾ ਇਹਨਾਂ ਬੱਚਿਆਂ ਦਾ ਹੋਰ ਹੋਵੇਗਾ। ਹਾਂ, ਇਹ ਟਾਈਮ ਦਾ ਟਾਈਮ ਜੋ ਵੀ ਸਪੋਰਟਸ ਡਿਪਾਰਟਮੈਂਟ ਜਿਹੜਾ ਹੈਗਾ ਫਾਰਮ ਭਰਵਾਉਂਦਾ ਹੈ ਉਹ ਬੱਚਿਆਂ ਨੂੰ ਆਉਂਦੇ ਵੀ ਹੈ, ਸਾਡੇ ਬੱਚਿਆਂ ਨੂੰ ਆਏ ਵੀ ਪਹਿਲਾਂ ਵੀ ਆਏ। ਸੋ ਉਹਦਾ ਕੋਈ ਇੱਦਾਂ ਦੀ ਗੱਲ ਨਹੀਂ, ਜੋ ਸਰਕਾਰ ਦੀਆਂ ਨੀਤੀਆਂ ਤਹਿਤ ਜੋ ਵੀ ਮਿਲਦਾ ਹੈ ਉਹ ਬੱਚਿਆਂ ਨੂੰ ਇਹਨਾਂ ਨੂੰ ਵੀ ਮਿਲਦਾ। ਅਤੇ ਜਿਸ ਤਰ੍ਹਾਂ ਹੁਣ ਖੁਸ਼ੀ ਹੈ ਉਹ ਟੌਸ ਸਕੀਮ ਦੇ ਤਹਿਤ ਆ ਗਈ, ਜੈਸਮੀਨ ਹੈ ਖੇਲੋ ਇੰਡੀਆ ਤਹਿਤ ਆ ਗਈ। ਇਹਨਾਂ ਨੂੰ ਫੰਡਿੰਗ ਜਿਹੜੀ ਆ ਉਹ ਪ੍ਰੋਪਰ ਉਸ ਡਿਪਾਰਟਮੈਂਟ ਵੱਲ ਤੋਂ, ਸੰਬੰਧਿਤ ਡਿਪਾਰਟਮੈਂਟ ਵੱਲ ਤੋਂ ਆ ਰਹੀ ਹੈ। ਇਹਦੇ 'ਚ ਕੋਈ ਦੋਰਾਮਾ ਨਹੀਂ। ਮੈਨੂੰ ਲੱਗਦਾ ਅਕਤੂਬਰ ਤੱਕ ਦੀ ਪੇਮੈਂਟਾਂ ਹੋ ਚੁੱਕੀਆਂ ਇਹਨਾਂ ਦੀਆਂ। ਆ ਜਿਹੜਾ ਹੁਣ ਆਉਣਾ ਹੈ ਸਤੰਬਰ ਅਕਤੂਬਰ ਤੱਕ ਦੇ ਇਹਨਾਂ ਨੂੰ ਪੈਸੇ ਮਿਲ ਚੁੱਕੇ ਜੋ ਇਹਨਾਂ ਦਾ ਮੰਥਲੀ ਆਉਣਾ ਹੁੰਦਾ। ਅਪੀਲ ਇੱਕੋ ਹੀ ਵੀ ਜੇ ਇੱਕ ਸਰਕਾਰੀ ਸਕੂਲ ਇਹ ਕੰਮ ਕਰ ਸਕਦਾ ਹੈ ਤਾਂ ਸਾਰੇ ਹੀ ਕਰ ਸਕਦੇ ਆਪਾਂ। ਲੋੜ ਹੈ ਥੋੜ੍ਹਾ ਜਿਹਾ ਮੋਟੀਵੇਸ਼ਨ ਦੀ। ਜੇ ਸਾਰੇ ਅਧਿਆਪਕ ਕੋਸ਼ਿਸ਼ ਕਰਨ ਪੋਜ਼ਿਟਿਵ ਵੇ ਨਾਲ, ਇਹ ਨਹੀਂ ਜੇ ਮੈਂ ਆਪਣੇ ਬੇਟੇ ਤੱਕ ਸੀਮਿਤ ਹੁੰਦਾ ਤਾਂ ਜਿਸ ਦਿਨ ਮੇਰਾ ਬੇਟਾ ਪਾਸ ਆਊਟ ਹੋ ਗਿਆ +2 ਉਸ ਦਿਨ ਮੈਂ ਛੱਡ ਦਿੰਦਾ ਤਾਂ ਅੱਜ ਸ਼ਾਇਦ ਇਹ ਇੰਟਰਨੈਸ਼ਨਲ ਪਲੇਅਰ ਜਾਂ ਹੋਰ ਬੱਚੇ ਜਿਹੜੇ ਇਸ ਪਿੰਡ ਦੇ ਸ਼ੁਰੂ ਹੋਏ ਹੈ ਜਾਂ ਹੋਰ ਬੱਚੇ ਜੋ ਹਾਲਾ ਆਉਣ ਵਾਲੇ ਹੈ ਜਿਹਨੇ ਕਰਨੀ ਸ਼ੁਰੂ ਸ਼ੂਟਿੰਗ ਉਹ ਨਾ ਕਰਦੇ। ਮੈਂ ਆਪਣੇ ਬੱਚੇ ਲਈ ਘਰੇ ਕਰਾਂਦਾ, ਆਪਣਾ ਉਹਨੂੰ ਮੈਂ ਖਿਡਾਉਂਦਾ। ਠੀਕ ਹੈ ਤੂੰ ਚੱਲ ਪੁੱਤ ਤੇਰਾ ਨੈਸ਼ਨਲ ਗੋਲਡ ਆ ਗਿਆ ਤੇ ਉਹ ਯੂਨੀਵਰਸਿਟੀ ਚਲ ਗਿਆ, ਉੱਥੇ ਤੱਕ ਸੀਮਿਤ ਰਹਿ ਸਕਦਾ ਤਾਂ ਪਰ ਨਹੀਂ। ਮੈਂ ਇੱਕ ਸਪੋਰਟਸ ਕਲਚਰ ਬਣਾਇਆ। ਜੇ ਉਹ ਸਪੋਰਟਸ ਕਲਚਰ ਬਣਾਇਆ ਹੈ ਤੇ ਮੈਂ ਚਾਹੁੰਦਾ ਵੀ ਸਾਰੇ ਸਕੂਲਾਂ ਦੇ ਵਿੱਚ ਬਣੇ। ਜ਼ਰੂਰੀ ਨਹੀਂ ਇੱਕ ਇਸ ਗੇਮ ਦੀ ਮੈਂ ਕਹਿੰਦਾ ਵੀ ਇਹੀ ਗੇਮ ਦਾ ਸਾਰੇ ਸਕੂਲਾਂ 'ਚ ਬਣੇ। ਉਹ ਕੋਈ ਵੀ ਗੇਮ ਹੋ ਸਕਦੀ। ਓਲੰਪਿਕ ਇਕੱਲੇ ਸ਼ੂਟਿੰਗ ਦੀ ਨਹੀਂ ਹੁੰਦੀ, ਓਲੰਪਿਕ ਸਾਰੀਆਂ ਗੇਮਾਂ ਦੀ ਹੁੰਦੀ, ਹੋਰ ਗੇਮਾਂ ਦੀ ਵੀ ਹੁੰਦੀ। ਸੋ ਜਿਹੜੀ ਵੀ ਗੇਮ ਦਾ ਵਿੱਚ ਕੋਈ ਮਿਹਨਤ ਕਰ ਸਕਦਾ ਸਕੂਲ ਉਹਨੂੰ ਕਰਨਾ ਚਾਹੀਦਾ। ਸਰਕਾਰੀ ਸਕੂਲਾਂ ਦੇ ਬੱਚੇ ਕਿਤੋਂ ਪਿੱਛੇ ਨਹੀਂ ਹੈਗੇ। ਲੋੜ ਆ ਉਹਨਾਂ ਨੂੰ ਸਮਾਂ ਦੇਣ ਦੀ, ਮੌਕਾ ਦੇਣ ਦੀ। ਅਤੇ ਇੱਕ ਜ਼ਰੂਰ ਬੇਨਤੀ ਹੈ, ਜਿਸ ਤਰ੍ਹਾਂ ਬੱਚਿਆਂ ਨੇ ਵੀ ਕਿਹਾ ਵੀ ਸਾਡੇ ਸਕੂਲ ਦੇ ਵਿੱਚ ਇੰਟਰਨੈਸ਼ਨਲ ਸਟੈਂਡਰਡ ਦੇ ਟਾਰਗੇਟ ਨਹੀਂ ਹੈ। ਦੇਖੋ ਜਿੰਨਾ ਕੁ ਅਸੀਂ ਪਿੰਡ ਲੈਵਲ ਤੋਂ ਕਰ ਸਕਦੇ ਸੀ ਉਹ ਕਰ ਲਿਆ ਅਸੀਂ, ਜਾਂ ਅਸੀਂ ਸਟਾਫ ਤੋਂ ਸਹਿਯੋਗ ਲੈ ਸਕਦੇ ਕਰ ਲਿਆ, ਲੇਕਿਨ ਉਹ ਟਾਰਗੇਟ ਜਿਹੜਾ ਹੈ ਉਹ ਮਹਿੰਗਾ ਹੈ, ਉਹ ਅਸੀਂ ਨਹੀਂ ਅਫੋਰਡ ਕਰ ਸਕਦੇ ਲੈਣਾ ਉਹਨੂੰ। ਸੋ ਉਹ ਥੋੜ੍ਹੀ ਜਿਹੀ ਅਪੀਲ ਜ਼ਰੂਰ ਹੈਗੀ। ਜੇ ਵਿਭਾਗ ਸਪੋਰਟਸ ਵਿਭਾਗ ਜਾਂ ਸਾਡਾ ਸਿੱਖਿਆ ਵਿਭਾਗ ਜਾਂ ਜਿਹੜਾ ਸਾਡੇ ਮੰਤਰੀ ਮੰਡਲ ਹੈਗਾ, ਜੇ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਮੈਂ ਇੱਕ ਜ਼ਰੂਰ ਮੰਗ ਕਰਾਂਗਾ ਵੀ ਜਿਹੜਾ ਹੈਗਾ ਸਾਡੇ ਸਕੂਲ ਨੂੰ ਜੇ ਇਹ ਚੀਜ਼ ਮਿਲ ਜਾਵੇ, ਇਲੈਕਟ੍ਰੋਨਿਕ ਟਾਰਗੇਟ ਸਾਨੂੰ ਮਿਲ ਜਾਣ ਤਾਂ ਹੋ ਸਕਦਾ ਸਾਡਾ ਸਕੂਲ ਜਿਹੜਾ ਹੈ, ਸਾਡੇ ਸਕੂਲ ਦੇ ਵਿੱਚ ਹੋਰ
ਵੱਡੇ ਲੈਵਲ ਦੇ ਖਿਡਾਰੀ ਪੈਦਾ ਹੋ ਸਕਣ। ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਜ਼ਿੰਦਾਬਾਦ ਚੈਨਲ। ਸਤਿ ਸ਼੍ਰੀ ਅਕਾਲ।